हाँ जी विद्यार्थियों सारिਆਂ ਨੂੰ सत श्री अकाल जी। स्वागत है ਤੁਹਾਡਾ ਸਾਰਿਆਂ ਦਾ ਰੀਟ ਪੰਜਾਬੀ ਦੀ ਜਮਾਤ ਵਿੱਚ। ਤੇ ਇਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਸਾਡੀ ਸਿੱਖਣ ਸਿਖਾਉਣ ਸਮੱਗਰੀ ਬਾਰੇ। ਦੇਖੋ ਜੀ ਸਿੱਖਣ ਸਿਖਾਉਣ ਸਮੱਗਰੀ ਦੇ ਵਿੱਚ ਹੀ ਆਪਾਂ ਸਾਡੇ ਦ੍ਰਿਸ਼ ਸ਼ਰਵ ਸਮੱਗਰੀ ਹੈ ਜਿਹੜੀ ਉਹ ਆਪਾਂ ਪੜ੍ਹਦੇ ਹਾਂ। ਸਾਡੀ ਸ਼ਰਵ ਦ੍ਰਿਸ਼ ਸਮੱਗਰੀ ਜਿਹੜੀ ਹੁੰਦੀ ਹੈ ਉਹ ਆਪਾਂ ਸਿੱਖਣ ਸਿਖਾਉਣ ਸਮੱਗਰੀ 'ਚ ਪੜ੍ਹਦੇ ਹਾਂ। ਲਿਖਿਆ ਹੋਇਆ ਹੈ ਨਾ ਕਿ ਆਪਣੇ ਦੇਖਣ ਸੁਣਨ ਸਾਧਨ ਵੇਰਵਾ ਅਤੇ ਵਰਤੋਂ ਦੇ ਸਿਧਾਂਤ ਇਸ ਤਰ੍ਹਾਂ ਟੌਪਿਕ ਦੇ ਰੱਖਿਆ। ਮੈਂ ਉਹਦੇ ਬਾਰੇ ਵਿਚਾਰ ਚਰਚਾ ਕਰਨੀ ਹੈ ਅੱਜ ਆਪਾਂ। ਜਿਹੜਾ ਦਿੱਤਾ ਹੋਇਆ ਦੇਖਣ ਸੁਣਨ ਸਾਧਨ, ਉਹਨਾਂ ਦਾ ਅਰਥ ਪਰਿਭਾਸ਼ਾ, ਵੇਰਵਾ ਉਹਨਾਂ ਦਾ ਮਤਲਬ ਕਿ ਉਹ ਦੇਖਣ ਸਾਧਨ ਕਿਹੜੇ ਆ, ਸੁਣਨ ਸਾਧਨ ਕਿਹੜੇ ਆ, ਦੇਖਣ ਅਤੇ ਸੁਣਨ ਦੋਨੋਂ ਸਾਧਨ ਕਿਹੜੇ ਆ, ਉਹਨੂੰ ਕਿਹਾ ਜਾਂਦਾ ਵੇਰਵਾ ਦੇਣਾ। ਉਹਨਾਂ ਦਾ ਪੂਰਾ ਵੇਰਵਾ, ਪੂਰੀ ਜਾਣਕਾਰੀ ਦੇਣੀ। ਵੇਰਵਾ ਅਤੇ ਵਰਤੋਂ ਦੇ ਸਿਧਾਂਤ, ਵਰਤੋਂ ਹੁੰਦੀ ਹੈ ਯੂਜ਼, ਉਹਨਾਂ ਦੇ ਉਪਯੋਗ ਦੇ ਸਿਧਾਂਤ ਕੀ ਹੈ। ਧਿਆਨ ਰੱਖਿਓ ਪਿਛਲੀ ਵਾਰ ਬਹੁਤ ਸਾਰੇ ਵਿਦਿਆਰਥੀ, ਮੈਂ ਹਾਲਾਂਕਿ YouTube 'ਤੇ ਵੀਡੀਓ ਵੀ ਪਾਈ ਸੀਗੀ ਸਿਲੇਬਸ ਬਾਰੇ, ਫਿਰ ਵੀ ਬਹੁਤ ਸਾਰੇ ਵਿਦਿਆਰਥੀ ਪਤਾ ਨਹੀਂ ਖੈਰ ਕਿਉਂ ਹੋ ਜਾਂਦਾ ਐਵੇਂ ਵਿਦਿਆਰਥੀਆਂ ਦੇ ਨਾਲ, ਵਿਦਿਆਰਥੀ ਫਿਰ ਵੀ ਐਗਜ਼ਾਮ ਦੇ ਲਾਸਟ ਤੱਕ ਇਹੀ ਗੱਲ ਪੁੱਛਦੇ ਰਹੇ, ਸਰ ਵੇਰਵਾ ਅਤੇ ਵਰਤੋਂ ਦੇ ਸਿਧਾਂਤ ਇਹ ਕਿਹੜਾ ਟੌਪਿਕ ਹੈ। ਤਾਂ ਮੈਂ ਹਾਲਾਂਕਿ ਬਹੁਤ ਵਾਰੀ ਦੱਸਿਆ ਸੀ, ਮੈਂ ਇਹ ਗੱਲ ਮੇਰਾ ਦੱਸਦੇ ਦਾ ਗਲਾ ਬੈਠ ਗਿਆ ਸੀਗਾ ਕਿ ਵਿਦਿਆਰਥੀਓ ਦੇਖਣ ਸੁਣਨ ਸਾਧਨ, ਅਰਥ, ਵੇਰਵਾ ਅਤੇ ਵਰਤੋਂ ਦੇ ਸਿਧਾਂਤ ਇਹ ਪੂਰਾ ਟੌਪਿਕ ਦਾ ਇੱਕ ਹੀ ਨਾਮ ਹੈ। ਇਹਦਾ ਮਤਲਬ ਹੈ ਵੀ ਦੇਖਣ ਸੁਣਨ ਸਾਧਨਾਂ ਦਾ ਅਰਥ ਦੱਸੋ, ਪਰਿਭਾਸ਼ਾ ਦੱਸੋ, ਉਹਨਾਂ ਦਾ ਵੇਰਵਾ ਮਤਲਬ ਆਹ ਦੇਖਣ ਸਾਧਨ ਹੈ ਜੀ, ਆਹ ਸੁਣਨ ਸਾਧਨ ਹੈ, ਆਹ ਦੇਖਣ ਸੁਣਨ ਦੋਨੋਂ ਸਾਧਨ ਹੈ, ਉਹਨੂੰ ਕਿਹਾ ਜਾਂਦਾ ਵੇਰਵਾ। ਅਤੇ ਵਰਤੋਂ ਉਹਨਾਂ ਦੇ ਯੂਜ਼ ਕਰਨ ਦੇ ਸਿਧਾਂਤ ਕੀ ਹੈ, ਉਪਯੋਗ ਵਿੱਚ ਲਿਆਉਣ ਦਾ ਕੀ ਸਿਧਾਂਤ ਹੈ। ਸਮਝ ਗਏ ਕਹਾਣੀ। ਅੱਜ ਆਪਾਂ ਗੱਲ ਕਰਨੀ ਹੈ ਸਿੱਖਣ ਸਿਖਾਉਣ ਸਮੱਗਰੀ ਦੇ ਵਿੱਚ ਦੇਖਣ ਸੁਣਨ ਸਾਧਨਾਂ ਦੀ ਪਰਿਭਾਸ਼ਾ, ਅਰਥ, ਵੇਰਵਾ ਅਤੇ ਵਰਤੋਂ ਦੇ ਸਿਧਾਂਤ ਬਾਰੇ ਗੱਲ ਕਰਾਂਗੇ ਜੀ। ਲਓ ਜੀ, ਸਿੱਖਣ ਸਿਖਾਉਣ ਸਮੱਗਰੀ ਦੀ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਤਾਂ ਸਿੱਖਣ ਸਿਖਾਉਣ ਸਮੱਗਰੀ ਹੈ ਜਿਹੜੀ ਕੀ ਹੁੰਦੀ ਹੈ, ਇਹਦੇ ਵਿੱਚ ਗੱਲ ਕਰਦੇ ਹਾਂ। ਦੇਖੋ ਜੀ ਗੱਲ ਇਵੇਂ ਆ ਵੀ ਅਧਿਆਪਕ ਦੀ ਸਫਲਤਾ ਕਿਹੜੀ ਚੀਜ਼ ਦੇ ਵਿੱਚ ਹੈ। ਅਗਰ ਤੁਸੀਂ ਮੈਨੂੰ ਪੁੱਛੋ ਵੀ ਸਰ ਅਧਿਆਪਕ ਦੀ ਸਫਲਤਾ ਕਿਹੜੀ ਚੀਜ਼ ਦੇ ਵਿੱਚ ਹੈ, ਤਾਂ ਮੇਰੇ ਵੱਲੋਂ ਇਹ ਜਵਾਬ ਹੋਊਗਾ ਸਾਡੀਆਂ ਜਿਹੜੀਆਂ ਬੁੱਕਸ ਹੈ ਉਹ ਕੀ ਕਹਿੰਦੀਆਂ ਇਹਦੇ ਬਾਰੇ ਕਿ ਜੋ ਅਧਿਆਪਕ ਵਿਦਿਆਰਥੀ ਨੂੰ ਜੋ ਸਮੱਗਰੀ ਪ੍ਰਦਾਨ ਕਰਦਾ ਹੈ, ਉਹਨੂੰ ਜੋ ਵੀ ਪਾਠ ਵਸਤੂ, ਵਿਸ਼ੇ ਵਸਤੂ ਦੇ ਰੂਪ ਵਿੱਚ ਪੜ੍ਹਾਉਂਦਾ ਹੈ, ਜੋ ਵੀ ਗਿਆਨ ਪ੍ਰਦਾਨ ਕਰਦਾ ਹੈ, ਉਹ ਗਿਆਨ ਕਿੰਨੀ ਵੱਧ ਮਾਤਰਾ ਵਿੱਚ ਅਤੇ ਕਿੰਨਾ ਸ਼ੁੱਧ ਉਸ ਬੱਚੇ ਤੱਕ ਪਹੁੰਚਿਆ ਹੈ, ਇਸ ਗੱਲ 'ਤੇ ਅਧਿਆਪਕ ਦੀ ਸਫਲਤਾ ਨਿਰਭਰ ਕਰਦੀ ਹੈ। ਹੁਣ ਅਗਲੀ ਗੱਲ ਦੇਖਦੇ ਹਾਂ ਜੀ, ਅਧਿਆਪਕ ਆਪਣੇ ਕੰਮ ਨੂੰ ਪਾਕ ਕਰਨ ਵਾਸਤੇ ਕੀ ਕਰਦਾ ਹੈ ਵੀ ਜੋ ਪਾਠ, ਜੋ ਵਿਸ਼ਾ ਵਸਤੂ ਬੱਚਿਆਂ ਨੂੰ ਪੜ੍ਹਾਉਣ ਜਾ ਰਿਹਾ ਉਹਨੂੰ ਕੀ ਕਰਦਾ, ਉਹ ਸੁਭਾਵਿਕ ਬਣਾਉਣ ਵਾਸਤੇ, ਸਵਾਸਤਵਿਕ, ਦਿਲਚਸਪ ਅਤੇ ਬਾਲ ਕੇਂਦਰਿਤ ਬਣਾਉਣ ਵਾਸਤੇ ਇੱਕ ਕੋਸ਼ਿਸ਼ ਕਰਦਾ ਹੈ। ਜੋ ਕੀ ਕਰਦਾ, ਉਹ ਸਿੱਖਣ ਦੇ ਵਿੱਚ ਸਿੱਖਣ ਸਿਖਾਉਣ ਸਮੱਗਰੀ ਦੀ ਵਰਤੋਂ ਕਰਦਾ, ਕਿਉਂਕਿ ਸਿੱਖਿਆ ਅੱਜ ਦੀ ਜਿਹੜੀ ਆਧੁਨਿਕ ਸਿੱਖਿਆ ਉਹ ਬਾਲ ਕੇਂਦਰਿਤ ਹੋ ਗਈ ਹੈ ਜੀ। ਹੁਣ ਵਿਸ਼ੇ ਵਸਤੂ ਨੂੰ ਬਾਲ ਕੇਂਦਰਿਤ ਕਰਨ ਵਾਸਤੇ ਉਸ ਨੂੰ ਮਤਲਬ ਕੀ ਹੈ ਵੀ ਉਸ ਦਾ ਪੱਧਰ ਹੈ ਜਿਹੜਾ ਉਹ ਪੂਰਾ ਫਿਕਸ ਕਰਨ ਵਾਸਤੇ, ਵਿਦਿਆਰਥੀ ਦੇ ਅਨੁਸਾਰ ਸੈੱਟ ਕਰਨ ਵਾਸਤੇ ਅਧਿਆਪਕ ਕੀ ਕਰਦਾ ਹੈ, ਪਾਠ ਨੂੰ ਪੜ੍ਹਾਉਣ ਦੇ ਨਾਲ ਨਾਲ ਉਸ ਪਾਠ ਦੇ ਨਾਲ ਸੰਬੰਧਿਤ ਸਿੱਖਣ ਸਿਖਾਉਣ ਸਮੱਗਰੀ ਦੀ ਵਰਤੋਂ ਕਰਦਾ। ਸਧਾਰਨ ਭਾਸ਼ਾ ਤੋਂ ਇਲਾਵਾ ਕਈ ਹੋਰ ਚੀਜ਼ਾਂ ਹੁੰਦੀਆਂ ਜਿਹੜੀਆਂ ਅਧਿਆਪਕ ਇਕੱਲਾ ਨਹੀਂ ਸਿਖਾ ਸਕਦਾ। ਅਧਿਆਪਕ ਕੀ ਕਰਦਾ, ਸਿੱਖਣ ਸਿਖਾਉਣ ਸਮੱਗਰੀ ਦੀ ਵਰਤੋਂ ਕਰਦਾ, ਜਿਨ੍ਹਾਂ ਦੀ ਸਹਾਇਤਾ ਦੇ ਨਾਲ ਕੀ ਹੁੰਦਾ ਹੈ, ਪੜ੍ਹਾਇਆ ਗਿਆ ਜਿਹੜਾ ਪਾਠ ਹੈ ਉਹ ਜ਼ਿਆਦਾ ਸਪਸ਼ਟ ਹੁੰਦਾ ਹੈ। ਜ਼ਿਆਦਾ ਸਪਸ਼ਟ ਕਰਨ ਵਾਸਤੇ, ਜ਼ਿਆਦਾ ਕਲੀਅਰ ਕਰਨ ਵਾਸਤੇ ਹੀ ਤਾਂ ਸਿੱਖਣ ਸਿਖਾਉਣ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਨ ਵਾਸਤੇ ਆਪਾਂ ਮੰਨ ਲਓ ਕਿ ਵਿਦਿਆਰਥੀ ਨੂੰ ਗੋਲਡਨ ਟੈਂਪਲ ਬਾਰੇ ਪੜ੍ਹਾ ਰਹੇ ਹਾਂ, ਸ਼੍ਰੀ ਹਰਿਮੰਦਰ ਸਾਹਿਬ ਬਾਰੇ, ਅੰਮ੍ਰਿਤਸਰ ਬਾਰੇ, ਤਾਂ ਬੱਚੇ ਦੇ ਸਾਹਮਣੇ ਮਾਡਲ ਪੇਸ਼ ਕਰ ਦਿਓ। ਉਸ ਤੋਂ ਬੈਸਟ ਕੀ ਹੋ ਸਕਦਾ, ਉਹ ਮਾਡਲ ਜਿਹੜਾ ਪੇਸ਼ ਕੀਤਾ ਉਹ ਅਧਿਆਪਕ ਨੇ ਕੀ ਕੀਤਾ, ਸਿੱਖਣ ਸਿਖਾਉਣ ਸਮੱਗਰੀ ਪੇਸ਼ ਕੀਤੀ। ਸਿੱਖਿਆ ਵਿੱਚ ਇਸ ਨੂੰ ਸਹਾਇਕ ਸਮੱਗਰੀ ਦਾ ਨਾਮ ਕਿਹਾ ਜਾਂਦਾ, ਉਸ ਸਮੱਗਰੀ ਨੂੰ ਸਹਾਇਕ ਸਮੱਗਰੀ ਕਿਹਾ ਜਾਂਦਾ ਹੈ। ਮਤਲਬ ਜੋ ਸਹਾਇਕ ਸਿੱਧ ਹੁੰਦੀ ਹੈ, ਹੈਲਪਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਇਸ ਨਾਲ ਬੱਚਿਆਂ ਦਾ ਧਿਆਨ ਪਾਠ ਵਸਤੂ ਦੇ ਵੱਲ ਖਿੱਚਿਆ ਜਾਂਦਾ। ਬਿਲਕੁਲ, ਅਗਰ ਬੱਚਿਆਂ ਦਾ ਧਿਆਨ ਕੇਂਦਰਿਤ ਕਰਨਾ ਉਹਦੇ ਵੱਲ, ਤਾਂ ਮੈਨੂੰ ਲੱਗਦਾ ਵੀ ਸਿੱਖਣ ਸਿਖਾਉਣ ਸਮੱਗਰੀ, ਸਹਾਇਕ ਸਮੱਗਰੀ ਬਹੁਤ ਬੈਸਟ ਚੀਜ਼ ਹੈ। ਅੱਗੇ ਹੋਰ ਗੱਲ ਕਰਦੇ ਹਾਂ ਜੀ, ਮੁਸ਼ਕਿਲ ਵਿਸ਼ੇ ਨੂੰ ਸਰਲ ਬਣਾਉਣਾ, ਸਪਸ਼ਟ ਬਣਾਉਣਾ, ਰੌਚਕ ਬਣਾਉਣਾ, ਇਹ ਕੰਮ ਕਿਹਦਾ ਜੀ, ਸਾਡੀ ਜੋ ਸਹਾਇਕ ਸਮੱਗਰੀ ਹੈ ਉਹਦਾ ਹੈ। ਬੱਚਾ ਕਿਰਿਆਸ਼ੀਲ ਹੋ ਕੇ ਪੂਰੇ ਉਤਸ਼ਾਹ ਨਾਲ ਸਿੱਖਦਾ ਹੈ। ਸਿੱਖਣ ਸਿਖਾਉਣ ਸਮੱਗਰੀ ਦਾ ਕੀ ਅਰਥ ਬਣਦਾ ਹੈ ਜੀ, ਆ ਗਈ ਗੱਲ ਉਹੀ ਸਾਡੇ ਜਿਹੜੇ ਦ੍ਰਿਸ਼ ਸਾਧਨਾਂ ਦਾ ਮਤਲਬ ਕੀ ਹੈ, ਅਰਥ ਕੀ ਹੈ।
ਸਧਾਰਨ ਰੂਪ ਵਿੱਚ ਪ੍ਰਾਪਤ ਗਿਆਨ ਜੇ ਹੁੰਦੇ ਆ ਉਹਦੇ ਜੀ ਦੋ ਬੁਨਿਆਦੀ ਆਧਾਰ ਹੁੰਦੇ ਆ। ਸਧਾਰਨ ਰੂਪ ਵਿੱਚ ਜਦੋਂ ਆਪਾਂ ਗਿਆਨ ਪ੍ਰਾਪਤ ਕਰਦੇ ਆ ਦੋ ਤਰੀਕੇ ਨਾਲ ਗਿਆਨ ਪ੍ਰਾਪਤ ਕੀਤਾ ਜਾਂਦਾ, ਇੱਕ ਪ੍ਰਤੱਖ ਅਨੁਭਵ ਦੁਆਰਾ, ਇੱਕ ਅਪ੍ਰਤੱਖ ਅਨੁਭਵ ਦੁਆਰਾ। ਇੱਕ ਹੁੰਦਾ ਡਾਇਰੈਕਟ ਐਕਸਪੀਰੀਅੰਸ, ਇੱਕ ਹੁੰਦਾ ਇਨਡਾਇਰੈਕਟ ਐਕਸਪੀਰੀਅੰਸ। ਪ੍ਰਤੱਖ ਅਨੁਭਵ ਤੇ ਅਪ੍ਰਤੱਖ ਅਨੁਭਵ। ਪ੍ਰਤੱਖ ਅਨੁਭਵ ਦਾ ਮਤਲਬ ਹੁੰਦਾ ਨਿੱਜੀ ਨਿਰੀਖਣ ਜਾਂ ਨਿੱਜੀ ਅਨੁਭਵ। ਮੰਨ ਲਓ ਬੱਚੇ ਨੂੰ ਆਪਾਂ ਗਾਂ ਤੇ ਲੇਖ ਪੜ੍ਹਾਉਂਦੇ ਆ, ਬੱਚੇ ਦੇ ਸਾਹਮਣੇ ਲਿਆ ਕੇ ਗਊ ਮਾਤਾ ਖੜੀ ਕਰ ਦਿਓ ਤਾਂ ਉਹਨੂੰ ਕਿਹਾ ਜਾਊਗਾ ਨਿੱਜੀ ਅਨੁਭਵ ਉਸ ਦਾ, ਨਿੱਜੀ ਅਨੁਭਵ ਹੈ ਜੀ ਉਸ ਬੱਚੇ ਦਾ, ਨਿੱਜੀ ਨਿਰੀਖਣ ਹੋ ਗਿਆ ਉਹਦਾ। ਸਥੂਲ ਵਸਤੂਆਂ ਨਾਲ ਤਤਕਾਲ ਇੰਦਰੀਆਵੀ ਸੰਬੰਧ ਸਥਾਪਿਤ ਕਰਦਾ। ਬੱਚੇ ਨੇ ਉਸ ਸਥੂਲ, ਗਾਂ ਇੱਕ ਸਥੂਲ ਵਸਤੂ ਹੈ, ਸਥੂਲ ਹੈ ਗਾਂ, ਇੱਕ ਮਤਲਬ ਕਹਿਣ ਦਾ ਸਥੂਲ ਹੈ। ਸਥੂਲ ਉਹ ਚੀਜ਼ ਹੁੰਦੀ ਹੈ ਜਿਸ ਨੂੰ ਆਪਾਂ ਨੰਗੀਆਂ ਅੱਖਾਂ ਦੇ ਨਾਲ ਦੇਖ ਸਕਦੇ ਹਾਂ। ਸੂਖਮ ਉਹ ਚੀਜ਼ ਹੁੰਦੀ ਹੈ ਜਿਸ ਨੂੰ ਨੰਗੀਆਂ ਅੱਖਾਂ ਦੀ ਸਹਾਇਤਾ ਨਾਲ ਨਹੀਂ ਦੇਖਿਆ ਜਾ ਸਕਦਾ। ਹੁਣ ਕੀ ਹੈ, ਉਹ ਸਥੂਲ ਹੈ, ਗਾਂ ਇੱਕ ਸਥੂਲ ਪ੍ਰਾਣੀ ਹੈ। ਉਸ ਨੂੰ ਬੱਚੇ ਨੇ ਕਿਹੜੀਆਂ ਇੰਦਰੀਆਂ ਦੀ ਸਹਾਇਤਾ ਨਾਲ, ਕਿਹੜੀਆਂ ਗਿਆਨ ਇੰਦਰੀਆਂ, ਅੱਖਾਂ ਦੀ ਸਹਾਇਤਾ ਦੇ ਨਾਲ ਉਸ ਨੂੰ ਦੇਖ ਲਿਆ। ਅੱਗੇ ਤਤਕਾਲ ਇੰਦਰੀਆਵੀ ਸੰਬੰਧ ਸਥਾਪਿਤ ਹੋ ਗਿਆ ਇੰਦਰੀਆਂ ਦਾ। ਪ੍ਰਤੱਖ ਅਨੁਭਵ ਸਿੱਖਿਆ ਦਾ ਸਭ ਤੋਂ ਵਧੀਆ ਢੰਗ ਹੈ ਪ੍ਰਤੱਖ ਅਨੁਭਵ, ਕਿਉਂਕਿ ਇੱਕ ਵਾਰ ਦੇਖਣਾ 100 ਵਾਰ ਦੱਸਣ ਨਾਲੋਂ ਚੰਗਾ ਹੈ। ਤੁਸੀਂ ਗਾਂ ਦੇ ਬਾਰੇ ਬੱਚੇ ਨੂੰ 100 ਵਾਰੀ ਦੱਸ ਦਿਓ, 1000 ਵਾਰੀ ਦੱਸ ਦਿਓ, ਇਸ ਤੋਂ ਉਹਦੇ ਨਾਲ ਕੀ ਕਰੋ, ਉਸਦੇ ਸਾਹਮਣੇ ਇੱਕ ਵਾਰ ਗਊ ਮਾਤਾ ਨੂੰ ਲਿਆ ਕੇ ਖੜਾ ਕਰ ਦਿਓ ਵੀ ਆ ਚੱਕ ਬੇਟਾ। ਜਾਂ ਘੋੜੇ 'ਤੇ ਲੇਖ, ਮੰਨ ਲਓ ਘੋੜੇ 'ਤੇ ਲੇਖ ਬੱਚੇ ਨੂੰ ਕਰਵਾ ਰਹੇ ਹੋ, ਘੋੜੇ ਬਾਰੇ ਤੁਸੀਂ ਜਿੰਨਾ ਕੁਛ ਮਰਜ਼ੀ ਦੱਸੀ ਜਾਓ, 100 ਵਾਰੀ ਦੱਸ ਦਿਓ ਘੋੜੇ ਬਾਰੇ, ਪਰ ਜਦੋਂ ਬੱਚੇ ਦੇ ਸਾਹਮਣੇ ਘੋੜਾ ਜਾਨਵਰ ਸਥੂਲ ਰੂਪ ਦੇ ਵਿੱਚ ਲਿਆ ਕੇ ਤੁਸੀਂ ਸਾਹਮਣੇ ਉਹਨੂੰ ਖੜਾਤਾ ਤਾਂ ਬਸ ਆਹ ਗੱਲ ਆ ਜਿਹੜੀ ਕਲੀਅਰ ਹੋ ਜੂਗੀ ਵੀ ਇੱਕ ਵਾਰ ਦੇਖਣਾ 100 ਵਾਰ ਦੱਸਣ ਤੋਂ ਚੰਗਾ ਹੈ। ਕੋਈ ਸ਼ੱਕ ਨਹੀਂ ਕਿ ਤਜਰਬੇ ਵਰਗਾ ਕੋਈ ਅਧਿਆਪਕ ਨਹੀਂ ਹੈ। ਤਜਰਬੇ ਵਰਗਾ ਕੋਈ ਜਿਹੜਾ ਤਜਰਬਾ ਹੁੰਦਾ ਨਾ ਬੰਦੇ ਨੂੰ, ਐਕਸਪੀਰੀਅੰਸ ਹੌਲੀ ਹੌਲੀ ਹੁੰਦਾ ਤਜਰਬਾ, ਤਜਰਬੇ ਵਰਗਾ ਕੋਈ ਅਧਿਆਪਕ ਨਹੀਂ। ਅੱਗੇ ਗੱਲ ਕੀ ਕਰਦੇ ਹਾਂ, ਪਰੰਤੂ ਪ੍ਰਤੱਖ ਅਨੁਭਵ ਦੀਆਂ ਆਪਣੀਆਂ ਸੀਮਾਵਾਂ ਹੈ ਜੀ। ਹਰ ਚੀਜ਼ ਹੈ ਜਿਹੜੀ ਉਹ ਆਪਾਂ ਹਰ ਵਸਤੂ ਬੱਚੇ ਦੇ ਸਾਹਮਣੇ ਪ੍ਰਤੱਖ ਨਹੀਂ ਲਿਆ ਸਕਦੇ। ਤਾਜ ਮਹਿਲ ਬੱਚੇ ਦੇ ਸਾਹਮਣੇ ਚੱਕ ਕੇ ਨਹੀਂ ਲਿਆ ਸਕਦੇ। ਸ਼੍ਰੀ ਹਰਿਮੰਦਰ ਸਾਹਿਬ ਹੈ ਤਾਂ ਹੈ ਨਹੀਂ ਵੀ ਚੱਕ ਕੇ ਬੱਚੇ ਦੇ ਸਾਹਮਣੇ ਲੈ ਆਵਾਂਗੇ, ਜਾਂ ਕੋਈ ਇਹੋ ਜਿਹੀ ਸਥਿਤੀ ਕਈ ਵਾਰੀ ਨਹੀਂ ਬਣਦੀ ਕਿ ਆਪਾਂ ਉੱਥੇ ਜਾ ਕੇ ਬੱਚੇ ਨੂੰ ਦਿਖਾ ਸਕੀਏ, ਹੈ ਨਾ। ਇਸ ਤਰ੍ਹਾਂ ਦਾ ਤਾਂ ਮੌਕਾ ਮਿਲਣ ਸ਼ਾਇਦ ਨਾ ਬਣੇ, ਤਾਂ ਇਦੋਂ ਚੰਗਾ ਕੀ ਹੈ, ਉਸ ਤੋਂ ਅੱਗੇ ਕੀ ਹੈ, ਪ੍ਰਤੱਖ ਅਨੁਭਵ ਦੀਆਂ ਸੀਮਾਵਾਂ। ਹਰ ਪ੍ਰਕਾਰ ਦੇ ਗਿਆਨ ਦੇਣ ਵਾਸਤੇ ਆਪਾਂ ਇਸ ਨੂੰ ਨਹੀਂ ਵਰਤ ਸਕਦੇ। ਅਸੀਂ ਤਾਜ ਮਹਿਲ ਨੂੰ ਸ਼੍ਰੇਣੀ ਦੇ ਕਮਰੇ ਦੇ ਵਿੱਚ ਨਹੀਂ ਦਿਖਾ ਸਕਦੇ, ਤਾਜ ਮਹਿਲ ਨੂੰ ਨਹੀਂ ਦਿਖਾ ਸਕਦੇ। ਤਾਜ ਮਹਿਲ ਦਾ ਨਮੂਨਾ ਦਿਖਾ ਸਕਦੇ ਹਾਂ, ਤਾਜ ਮਹਿਲ ਦਾ ਚਿੱਤਰ ਦਿਖਾ ਸਕਦੇ ਹਾਂ, ਤਾਜ ਮਹਿਲ ਦਾ ਮਾਡਲ ਦਿਖਾ ਸਕਦੇ ਹਾਂ, ਤਾਜ ਮਹਿਲ ਨੂੰ ਨਹੀਂ ਦਿਖਾ ਸਕਦੇ। ਕੋਈ ਐਂ ਤਾਂ ਹੈ ਨਹੀਂ ਵੀ ਆਗਰੇ ਤੋਂ ਜਾ ਕੇ ਭੱਜ ਕੇ ਤਾਜ ਮਹਿਲ ਚੱਕ ਕੇ ਤੇ ਕਲਾਸ 'ਚ ਲੈ ਆਵਾਂਗੇ, ਇਸ ਤਰ੍ਹਾਂ ਤਾਂ ਨਹੀਂ ਹੋਊਗਾ। ਹਾਂਜੀ, ਉਦਾਹਰਨ ਲਈ ਹੋ ਗਈ ਗੱਲ ਕਲੀਅਰ। ਇਤਿਹਾਸ ਦੇ ਵਿਸ਼ੇ ਨੂੰ ਤਾਂ ਪ੍ਰਤੱਖ ਅਨੁਭਵ ਨਾਲ ਆਪਾਂ ਸਮਝ ਹੀ ਨਹੀਂ ਸਕਦੇ, ਸੰਭਵ ਹੀ ਨਹੀਂ ਕਹੇ ਵੀ ਇਤਿਹਾਸ ਦਾ ਵਿਸ਼ਾ। ਫਿਰ ਉਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੁੰਦੇ, ਕਿਉਂਕਿ ਇਹਦਾ ਵਿਸ਼ਾ ਜ਼ਿਆਦਾਤਰ ਬੀਤ ਚੁੱਕੀਆਂ ਘਟਨਾਵਾਂ ਦੇ ਨਾਲ ਹੁੰਦਾ। ਇਤਿਹਾਸ ਦਾ ਸੰਬੰਧ ਹੁੰਦਾ ਪਾਸਟ ਦੇ ਨਾਲ, ਬੀਤ ਚੁੱਕੀਆਂ ਘਟਨਾਵਾਂ ਦੇ ਨਾਲ। ਅਜਿਹੀ ਹਾਲਤ ਵਿੱਚ ਕੀ ਹੁੰਦਾ ਹੈ, ਇਹ ਪ੍ਰਤੱਖ ਅਨੁਭਵ 'ਤੇ ਨਿਰਭਰ ਹੋਣਾ ਪੈਂਦਾ। ਦੋ ਤਰੀਕੇ ਨਾਲ ਆਪਾਂ ਬੰਦਾ ਗਿਆਨ ਪ੍ਰਾਪਤ ਕਰਦਾ, ਪ੍ਰਤੱਖ ਅਨੁਭਵ ਤੇ ਅਪ੍ਰਤੱਖ। ਪ੍ਰਤੱਖ ਅਨੁਭਵ ਦੀਆਂ ਆਪਣੀਆਂ ਸੀਮਾਵਾਂ। ਹਰ ਚੀਜ਼ ਨੂੰ ਆਪਾਂ ਬੰਦੇ ਨੂੰ ਪ੍ਰਤੱਖ ਰੂਪ ਨਾਲ ਨਹੀਂ ਦਿਖਾ ਸਕਦੇ, ਇਸ ਕਰਕੇ ਸਾਨੂੰ ਅਪ੍ਰਤੱਖ ਗਿਆਨ ਦੀ ਸਹਾਇਤਾ ਲੈਣੀ ਪੈਂਦੀ ਹੈ, ਨਾਲ ਉਹਦੇ 'ਤੇ ਨਿਰਭਰ ਹੋਣਾ ਪੈਂਦਾ। ਇਹਨਾਂ ਨੂੰ ਕੀ ਕਿਹਾ ਜਾਂਦਾ ਜੀ, ਅਪ੍ਰਤੱਖ ਅਨੁਭਵ ਨੂੰ ਪ੍ਰਤੀਨਿਧ ਅਨੁਭਵ ਵੀ ਕਿਹਾ ਜਾਂਦਾ ਹੈ। ਅਪ੍ਰਤੱਖ ਅਨੁਭਵ ਨੂੰ ਦੂਸਰਾ ਨਾਮ ਪ੍ਰਤੀਨਿਧ ਅਨੁਭਵ ਵੀ ਕਿਹਾ ਜਾਂਦਾ ਹੈ। ਅਪ੍ਰਤੱਖ ਅਨੁਭਵ ਨੂੰ ਪ੍ਰਤੀਨਿਧ ਅਨੁਭਵ ਵੀ ਕਿਹਾ ਜਾਂਦਾ ਹੈ। ਅਪ੍ਰਤੱਖ ਅਨੁਭਵ ਨੂੰ ਪ੍ਰਤੀਨਿਧ ਅਨੁਭਵ ਵੀ ਕਿਹਾ ਜਾਂਦਾ ਹੈ। ਉਦਾਹਰਣ ਵਾਸਤੇ ਤਾਜ ਮਹਿਲ ਦਾ ਮਾਡਲ ਤੁਸੀਂ ਬਣਾ ਕੇ ਲੈ ਆਏ, ਉਹ ਤਾਜ ਮਹਿਲ ਦੀ ਪ੍ਰਤੀਨਿਧੀ ਕਰ ਰਿਹਾ ਹੈ। ਤਾਜ ਮਹਿਲ ਦਾ ਪ੍ਰਤੀਨਿਧੀ ਬਣ ਕੇ ਹੈ, ਉਹ ਪ੍ਰਤੀਨਿਧੀ ਬਣਿਆ ਹੋਇਆ ਉਸ ਦਾ, ਇਸ ਕਰਕੇ ਇਹਨਾਂ ਨੂੰ ਪ੍ਰਤੀਨਿਧ ਅਨੁਭਵ ਕਿਹਾ ਜਾਂਦਾ ਹੈ। ਇਹ ਕਿਸੇ ਹੋਰ ਦੁਆਰਾ ਪ੍ਰਾਪਤ ਹੁੰਦੇ ਆ, ਕਿਉਂਕਿ ਇਹ ਕਿਸੇ ਹੋਰ ਦੁਆਰਾ ਪ੍ਰਾਪਤ ਹੁੰਦੇ ਆ। ਇਹਨਾਂ ਨੂੰ ਸਿੱਖਣ ਸਿਖਾਉਣ ਦੇ ਸਾਧਨ ਜਾਂ ਸਿੱਖਣ ਸਿਖਾਉਣ ਸਮੱਗਰੀ ਵੀ ਕਿਹਾ ਜਾਂਦਾ ਹੈ। ਦੇਖਣ ਸੁਣਨ ਸਾਧਨਾਂ ਦੀ ਲੋੜ ਅਤੇ ਮਹੱਤਤਾ ਕੀ ਹੈ ਜੀ। ਸਿੱਖਿਆ ਪ੍ਰਣਾਲੀ ਵਿੱਚ ਦੇਖਣ ਸੁਣਨ ਸਾਧਨਾਂ ਨੂੰ ਮਹੱਤਤਾ ਦਿੱਤੀ ਗਈ ਹੈ। ਅੱਜ ਕੱਲ੍ਹ ਇਹਨਾਂ ਦੀ ਵਰਤੋਂ ਮਨੋਵਿਗਿਆਨਿਕ ਸਿੱਖਣ ਪ੍ਰਕਿਰਿਆ ਨੂੰ ਸਰਲ, ਰੌਚਕ ਅਤੇ ਪ੍ਰਭਾਵਸ਼ਾਲੀ ਬਣਾਉਣ ਦੀ ਸਹਾਇਤਾ ਕਰਦੀ ਹੈ। ਸਿੱਖਿਆ ਨੂੰ ਅੱਜ ਕੱਲ੍ਹ ਮਨੋਵਿਗਿਆਨਿਕ ਬਣਾਇਆ ਜਾ ਰਿਹਾ। ਮਨੋਵਿਗਿਆਨ ਦੇ ਆਧਾਰ 'ਤੇ ਜਦੋਂ ਕਰਦੇ ਹਾਂ ਉਦੋਂ ਸਿੱਖਣ ਸਿਖਾਉਣ ਸਮੱਗਰੀ, ਦੇਖਣ ਸੁਣਨ ਸਾਧਨਾਂ ਦੀ ਜ਼ਿਆਦਾ ਮਹੱਤਤਾ ਵੱਧਦੀ ਹੈ। ਅੱਗੇ ਦੇਖਦੇ ਹਾਂ ਜੀ ਕੀ ਗੱਲ ਕਰ ਰਿਹਾ ਹੈ, ਕਿਉਂਕਿ ਵਿਦਿਆਰਥੀ ਨੂੰ ਕਿਸੇ ਵਸਤੂ ਬਾਰੇ ਗਿਆਨ ਦੇਣ ਸਮੇਂ ਇੱਕ ਤੋਂ ਵੱਧ ਇੰਦਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਨਾ। ਉਸ ਤੋਂ ਅੱਗੇ ਗੱਲ ਕਰਦੇ ਹਾਂ ਜੀ, ਬੱਚੇ ਸਿਰਫ ਸੁਣਦੇ ਹੀ ਨਹੀਂ, ਅਧਿਆਪਕ ਕੀ ਕਹਿ ਰਿਹਾ ਇੰਨੀ ਗੱਲ ਹੀ ਨਹੀਂ ਸੁਣਦੇ, ਸਗੋਂ ਵਸਤੂ ਨੂੰ ਛੂਹ ਕੇ ਵੀ ਗਿਆਨ ਪ੍ਰਾਪਤ ਕਰਦੇ ਹਨ।
क्योंकि ज्ञान इंद्रियां ਜਿਹੜੀਆਂ ਉਹ ਇਕੱਲੇ ਕੰਨ ਤਾਂ ਹੈ ਨਹੀਂਗੇ, ਅੱਖਾਂ ਵੀ ਹੈ, ਹੱਥ ਵੀ ਹੈ। ਕਿਸੇ ਚੀਜ਼ ਨੂੰ ਵਿਦਿਆਰਥੀ ਛੂਹ ਕੇ ਗਿਆਨ ਪ੍ਰਾਪਤ ਕਰਦੇ ਆ, ਕਿਸੇ ਚੀਜ਼ ਨੂੰ ਅੱਖਾਂ ਨਾਲ ਵੇਖ ਕੇ, ਕਿਸੇ ਨੂੰ ਸੁਣ ਕੇ, ਹੈ ਨਾ। ਅਧਿਆਪਕ ਦੀ ਤਾਂ ਗੱਲ ਉਹ ਸਿਰਫ ਸੁਣ ਕੇ ਪ੍ਰਾਪਤ ਕਰਨਗੇ, ਪਰ ਅਧਿਆਪਕ ਜੇਕਰ ਨਾਲ ਸਿੱਖਣ ਸਿਖਾਉਣ ਸਮੱਗਰੀ ਦੇਖਣ ਸੁਣਨ ਸਾਧਨਾਂ ਦੀ ਵਰਤੋਂ ਕਰਦਾ ਤਾਂ ਬੱਚੇ ਉਸ ਨੂੰ ਆਪਣੇ ਹੱਥਾਂ ਨਾਲ ਵੀ, ਹੱਥਾਂ ਦੀ ਛੋਹ ਨਾਲ ਵੀ ਉਸ ਦਾ ਗਿਆਨ ਪ੍ਰਾਪਤ ਕਰ ਸਕਦੇ ਆ, ਅਤੇ ਨਾਲ ਨਾਲ ਕੀ ਹੈ ਜੀ, ਅੱਖਾਂ ਦੀ ਸਹਾਇਤਾ ਨਾਲ ਵੀ ਗਿਆਨ ਪ੍ਰਾਪਤ ਕਰ ਸਕਦੇ। ਸਾਰੀਆਂ ਗਿਆਨ ਇੰਦਰੀਆਂ ਦੀ ਵਰਤੋਂ ਹੁੰਦੀ ਹੈ। परिभाषा देखो जी, जोसेफ जे वैबर की परिभाषा का ध्यान रखना तुसी। वैबर की कहता, वैबर कहता भी ज्ञान ग्रहण प्रक्रिया समय व्यक्ति 40% ज्ञान अखां दे नाल प्राप्त करता है। अगे पूरा ध्यान रखियो, पहली तो परिभाषा, उपरोक्त परिभाषा किस दी है जी, कि व्यक्ति 40% ज्ञान अखां नाल, 25% मतलब प्रतिशत, फीसदी का मतलब होंदा प्रतिशत, परसेंट, 25% कन्नां नाल, 17% छूण नाल, 15% भिन्न भिन्न शरीरक अनुभव ਅਤੇ 3% 3% स्वाद चख के ਜਾਂ ਸੁੰਘ ਕੇ ਪ੍ਰਾਪਤ ਕਰਦਾ ਹੈ। ਇਹ ਜੋਸਫ ਜੇ ਵੈਬਰ ਨੇ ਪਰਿਭਾਸ਼ਾ ਦਿੱਤੀ ਹੈ। ਇਹ ਪਰਿਭਾਸ਼ਾ ਜਿਹੜੀ ਐਗਜ਼ਾਮ ਦੇ ਵਿੱਚ ਆਈ ਹੋਈ ਹੈ, ਅੱਗੇ ਵੀ ਆਉਣ ਦੀ ਸੰਭਾਵਨਾ ਬਰਕਰਾਰ ਹੋਊਗੀ। ਪੂਰੀ ਧਿਆਨ ਰੱਖਿਓ। ਜੋਸਫ ਜੇ ਵੈਬਰ ਦੇ ਅਨੁਸਾਰ ਅੱਖਾਂ ਨਾਲ ਕਿੰਨੇ % ਗਿਆਨ ਪ੍ਰਾਪਤ ਕੀਤਾ ਜਾਂਦਾ, ਕਿੰਨੇ ਫੀਸਦੀ ਜੀ, 40%, ਕੰਨਾਂ ਨਾਲ ਕਿੰਨਾ ਜੀ, 25%, ਛੂਹਣ ਨਾਲ 17%, ਅਤੇ ਭਿੰਨ ਭਿੰਨ ਸਰੀਰਕ ਅਨੁਭਵਾਂ ਨਾਲ 15%, ਅਤੇ ਸਵਾਦ ਚੱਖ ਕੇ ਜਾਂ ਸੁੰਘ ਕੇ 3% ਗਿਆਨ ਪ੍ਰਾਪਤ ਕੀਤਾ ਜਾਂਦਾ, 3%। ਪੜ੍ਹਾਉਂਦੇ ਸਮੇਂ ਅਧਿਆਪਕ ਨੂੰ ਭਿੰਨ ਭਿੰਨ ਪ੍ਰਕਾਰ ਦੀ ਅਜਿਹੀ ਸਮੱਗਰੀ ਦਾ ਵਰਤੋਂ ਕਰਨੀ ਚਾਹੀਦੀ ਹੈ, ਵਿਦਿਆਰਥੀ ਦੇਖ, ਸੁਣ, ਛੂਹ ਕੇ, ਸੁੰਘ ਕੇ, ਸੋਚ ਵਿਚਾਰ ਕੇ ਉਸ ਚੀਜ਼ ਦਾ ਗਿਆਨ ਪ੍ਰਾਪਤ ਕਰ ਸਕੇ। ਇੰਦਰੀਆਂ ਦੀ ਸਹਾਇਤਾ ਨਾਲ ਗਿਆਨ, ਕਿਉਂਕਿ ਇੰਦਰੀਆਂ ਜਿਹੜੀਆਂ ਉਹ ਗਿਆਨ ਦਾ ਪ੍ਰਵੇਸ਼ ਦੁਆਰ ਹਨ। ਇੰਦਰੀਆਂ ਹਨ ਗਿਆਨ ਦਾ ਪ੍ਰਵੇਸ਼ ਦੁਆਰ। ਅੱਖ, ਕੰਨ, ਅਤੇ ਸਾਡੇ ਜਿਹੜੇ ਨੱਕ ਅਤੇ ਆਪਣਾ ਜਿਹੜਾ ਹੈਗਾ ਹੱਥ, ਇਹ ਸਾਰੇ ਗਿਆਨ ਦਾ ਪ੍ਰਵੇਸ਼ ਦੁਆਰ। ਹਾਂ, ਅਜਿਹੀ ਸਮੱਗਰੀ ਵਿਦਿਆਰਥੀਆਂ ਦੇ ਮਨਾਂ ਉੱਪਰ ਸਪਸ਼ਟ ਅਤੇ ਚਿਰਸਥਾਈ ਪ੍ਰਭਾਵ ਛੱਡਦੀ ਹੈ। ਸਿੱਖਣ ਸਿਖਾਉਣ ਸਮੱਗਰੀ ਦੇ ਸਾਧਨ ਕਿਹੜੇ ਆ ਦੇਖ ਲਓ ਜੀ। ਚਿੱਤਰ, ਬਲੈਕ ਬੋਰਡ, ਨਕਸ਼ੇ, ਮਾਡਲ, ਅਖਬਾਰਾਂ, ਰੇਡੀਓ, ਟੇਪ ਰਿਕਾਰਡਰ, TV, ਕੰਪਿਊਟਰ ਆਦਿ। ਮੈਂ ਜਦੋਂ ਸਿੱਖਣ ਸਿਖਾਉਣ ਸਮੱਗਰੀ ਦਾ ਜਦੋਂ ਵੀ ਟੈਸਟ ਹੋਊਗਾ ਉਦੋਂ ਪ੍ਰੋਪਰ ਤੁਹਾਨੂੰ ਦੱਸਿਆ ਜਾਊਗਾ। ਅਲੱਗ ਤੋਂ ਬੜਾ ਹਜੇ ਇਹਦੇ ਵਿੱਚ ਬਹੁਤ ਪਰਿਭਾਸ਼ਾਵਾਂ ਜਿਹੜੀਆਂ ਨਹੀਂ ਗੀਆਂ ਉਹ ਵੀ ਆ ਜਾਣਗੀਆਂ। ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਕਿਸੇ ਗੱਲ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ। ਸਾਰੀਆਂ ਪਰਿਭਾਸ਼ਾਵਾਂ ਤੁਹਾਨੂੰ ਪ੍ਰੋਪਰ ਦੱਸੀਆਂ ਜਾਣਗੀਆਂ। ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਜੀ। ਹਾਂ, ਸਭ ਤੋਂ ਪਹਿਲਾਂ ਸਿੱਖਣ ਸਿਖਾਉਣ ਸਮੱਗਰੀ ਆ ਗਈ ਜੀ। ਸਭ ਤੋਂ ਪਹਿਲੀ ਹੈਗੀ ਹੈ ਜੀ ਬਲੈਕ ਬੋਰਡ। ਸਭ ਤੋਂ ਪਹਿਲੀ ਸਾਡੀ ਬਲੈਕ ਬੋਰਡ ਹੈਗਾ ਜੀ ਸਿੱਖਿਆ ਪ੍ਰਦਾਨ ਕਰਨ ਦਾ ਉੱਤਮ ਅਤੇ ਸਭ ਤੋਂ ਵਧੀਆ, ਸਸਤਾ। ਇਸ ਨੂੰ ਅਧਿਆਪਕ ਦਾ ਮਿੱਤਰ ਅਤੇ ਸਾਥੀ ਕਿਹਾ ਜਾਂਦਾ ਹੈ। ਅਗਰ ਪ੍ਰਸ਼ਨ ਆ ਜੇ ਕਿ ਕਿਹੜਾ ਸਹਾਇਕ ਸਾਧਨ ਹੈ ਜਿਸ ਨੂੰ ਅਧਿਆਪਕ ਦਾ ਮਿੱਤਰ ਅਤੇ ਸਾਥੀ ਕਿਹਾ ਜਾਂਦਾ, ਚਾਕ, ਬੋਰਡ, ਕੁਛ ਵੀ ਲਿਖਦੇ ਜੀ, ਉਹ ਹੈ ਜੀ ਬਲੈਕ ਬੋਰਡ। ਹਾਂ, ਦ੍ਰਿਸ਼ ਸਾਧਨ ਹੈ ਜੀ, ਬਿਲਕੁਲ ਸਹੀ ਹੈ। ਇਸ ਵਿੱਚ ਤੱਥਾਂ ਅਤੇ ਚਿੱਤਰਾਂ ਦਾ ਸੁਮੇਲ ਹੁੰਦਾ ਹੈ। ਇਸ ਵਿੱਚ ਤਾਰਕਿਕ ਢੰਗ ਦੀ ਕ੍ਰਮਬੱਧਤਾ ਹੁੰਦੀ ਹੈ। ਵਿਚਾਰਾਂ ਅਤੇ ਤੱਥਾਂ ਦੇ ਆਪਸੀ ਸੰਬੰਧਾਂ ਦੀ ਅਜਿਹੀ ਸੁੰਦਰਤਾ, ਇਹ ਹੈ ਜਿਹੜਾ ਇਹ ਜਿਹੜਾ ਤੱਥਾਂ ਅਤੇ ਚਿੱਤਰਾਂ ਦਾ ਸੁਮੇਲ ਹੈ, ਜਿਹੜਾ ਇਹ ਹੈਗਾ ਜੀ ਸਾਡਾ, ਹਾਂ, ਇਹ ਹੈ ਜਿਹੜਾ ਸਾਡਾ ਤੱਥਾਂ ਅਤੇ ਚਿੱਤਰਾਂ ਦਾ ਸੁਮੇਲ ਦੇ ਰੱਖਿਆ ਜੀ। ਇਹ ਸਾਡਾ ਹੈਗਾ, ਇੱਥੇ ਲਿਖਣਾ ਭੁੱਲ ਗਏ, ਇਹ ਜਿਹੜਾ ਸਾਡਾ ਹੈਗਾ ਤੱਥਾਂ ਅਤੇ ਚਿੱਤਰਾਂ ਦਾ ਸੁਮੇਲ ਵਾਲਾ ਹੈ ਜੀ, ਉਹ ਹੈਗਾ ਜੀ ਸਾਡਾ ਚਾਰਟ। ਇਹ ਹੈ ਜਿਹੜਾ ਆਪਾਂ ਚਾਰਟ ਪੜ੍ਹਨਾ, ਚਾਰਟ ਦੇ ਬਾਰੇ। ਇੱਥੇ ਚਾਰਟ ਹੈ ਇਹਦਾ, ਆਹ ਚਾਰਟ ਦੇ ਬਾਰੇ ਗੱਲ ਕਰ ਰਿਹਾ ਮੈਂ। ਆਹ ਹੈ ਨਾ ਜਿਹੜਾ ਦਿੱਤਾ ਹੋਇਆ, ਇਹ ਹੈਗਾ ਜੀ ਸਾਡਾ ਚਾਰਟ। ਇਹ ਸਾਡੀ ਇੱਕ ਦ੍ਰਿਸ਼ ਸਮੱਗਰੀ ਹੈ। ਚਾਰਟ ਵੀ ਹੁੰਦਾ ਨਾ। ਚਾਰਟ ਦੇ ਵਿੱਚ ਕੀ ਹੁੰਦਾ, ਦੇਖੋ ਪ੍ਰਸ਼ਨ ਬਹੁਤ ਬਣਦੇ ਆ। ਇੱਕ ਤਾਂ ਇਹ ਦ੍ਰਿਸ਼ ਸਾਧਨ ਹੈ, ਕੇਵਲ ਦ੍ਰਿਸ਼ ਸਾਧਨ ਹੈ। ਦੂਸਰੀ ਗੱਲ ਕੀ ਹੈ, ਇਸ ਵਿੱਚ ਤੱਥਾਂ ਅਤੇ ਚਿੱਤਰਾਂ ਦਾ ਸੁਮੇਲ ਹੁੰਦਾ। ਚਾਰਟ ਦੇ ਵਿੱਚ ਕੀ ਹੁੰਦਾ, ਇੱਕ ਚਿੱਤਰ ਬਣਾਇਆ ਜਾਂਦਾ, ਉਹਦੇ ਨਾਲ ਉਹਦੇ ਸੰਬੰਧੀ ਤੱਥ ਜਿਹੜੇ ਆ ਉਹ ਕਲੀਅਰ ਕੀਤੇ ਜਾਂਦੇ, ਜਿਹਨੂੰ ਹਿੰਦੀ ਦੇ ਵਿੱਚ ਤੱਥਿਆ ਕਹਿੰਦੇ ਆਪਾਂ। ਤੱਥਿਆ ਕਨਸੈਪਟ, ਤੱਥ ਕਲੀਅਰ ਹੁੰਦੇ ਆ ਉਹਦੇ ਵਿੱਚ। ਹੁਣ ਧਿਆਨ ਰੱਖਿਓ, ਚਾਰਟ ਦੇ ਵਿੱਚ ਕੀ ਹੁੰਦਾ, ਤੱਥਾਂ ਅਤੇ ਚਿੱਤਰਾਂ ਦਾ ਸੁਮੇਲ ਹੁੰਦਾ। ਇਸ ਵਿੱਚ ਤਾਰਕਿਕ ਢੰਗ ਦੀ ਕ੍ਰਮਬੱਧਤਾ ਹੁੰਦੀ ਹੈ, ਵੀ ਜਿਹਦੇ ਵਿੱਚ ਤਾਰਕਿਕ ਢੰਗ ਨਾਲ ਇੱਕ ਕ੍ਰਮਬੱਧਤਾ ਦਿੱਤੀ ਹੁੰਦੀ ਹੈ। ਅਗਲੀ ਗੱਲ ਦੇਖੋ ਕਿਹੜੀ ਹੈ, ਧਿਆਨ ਰੱਖਿਓ, ਗੱਲਾਂ ਬਹੁਤ ਇੰਪੋਰਟੈਂਟ ਹੈ। ਵਿਚਾਰਾਂ ਅਤੇ ਤੱਥਾਂ ਦੀ ਆਪਸੀ ਸੰਬੰਧਾਂ ਦੀ ਸੁੰਦਰ ਵਿਵਸਥਾ ਜਿਹੜੀ ਕੀਤੀ ਜਾਂਦੀ ਹੈ। ਤਾਰਕਿਕ ਸੰਗਠਨ ਅਤੇ ਕ੍ਰਮਿਕ ਵਿਕਾਸ ਦੀ ਯੋਜਨਾ ਇੱਕ ਲੜੀ ਵਿੱਚ ਦਰਸਾਈ ਗਈ ਹੁੰਦੀ ਹੈ ਚਾਰਟ ਦੇ ਵਿੱਚ।
ਚਾਰਟ ਦੇ ਵਿੱਚ ਕੀ ਚੀਜ਼ ਹੁੰਦਾ, ਇੱਕ ਤਾਂ ਤਾਰਕਿਕ ਸੰਗਠਨ ਹੁੰਦਾ, ਤਰਕ ਤੇ ਆਧਾਰਿਤ ਸੰਗਠਨ ਕੀਤਾ ਹੁੰਦਾ ਵਿਚਾਰਾਂ ਦਾ। ਦੂਸਰਾ ਕ੍ਰਮਿਕ ਵਿਕਾਸ ਹੁੰਦਾ ਵਿਚਾਰਾਂ ਦਾ, ਤੱਥਾਂ ਦਾ। ਤੱਥ ਤੇ ਚਿੱਤਰ ਕਿਹਦੇ ਵਿੱਚ ਹੁੰਦੇ ਆ? ਚਾਰਟ ਦੇ ਵਿੱਚ। ਚਿੱਤਰ ਵੀ ਦਿੱਤੇ ਹੁੰਦੇ ਆ ਤੇ ਤੱਥ ਵੀ ਦਿੱਤੇ ਹੁੰਦੇ ਆ। ਚਿੱਤਰ ਤੇ ਰੇਖਾ ਚਿੱਤਰ ਕਿਹਨੂੰ ਕਹਿੰਦੇ ਆ? ਦੇਖੋ ਜੀ, ਚਾਰਟ ਜਦੋਂ ਚਿੱਤਰ ਤੇ ਤੱਥ ਦੋਨੇ ਮਿਲ ਜਾਣ ਤਾਂ ਚਾਰਟ ਬਣ ਜਾਂਦਾ। ਹੁਣ ਇਕੱਲੇ ਚਿੱਤਰ ਦੀ ਗੱਲ ਕਰਦੇ ਆ, ਚਿੱਤਰ ਅਤੇ ਰੇਖਾ ਚਿੱਤਰ। ਪਾਠ ਨੂੰ ਸੁੰਦਰ ਤੇ ਰੋਚਕ ਬਣਾਉਣ ਵਾਸਤੇ ਅਧਿਆਪਕ ਚਿੱਤਰਾਂ ਦੀ ਵਰਤੋਂ ਕਰਦੇ। ਠੀਕ ਹੈ ਜੀ, ਗੱਲ ਸਹੀ ਹੈ, ਕਿਉਂਕਿ ਚਿੱਤਰਾਂ ਦੀ ਇੱਕ ਸਹਾਇਕ ਸਮੱਗਰੀ ਹੈ, ਇਹਦੀ ਵਰਤੋਂ ਹੁੰਦੀ ਹੈ। ਰੇਖਾਵਾਂ ਨੂੰ, ਰੇਖਾ ਲਾਈਨ ਸਤਰਾਂ ਜਿਹੜੀਆਂ ਹੁੰਦੀਆਂ, ਰੇਖਾਵਾਂ ਨੂੰ ਰੰਗਾਂ ਦਾ ਸੰਯੋਗ ਦੇ ਕੇ ਆਪਣੀ ਚੁੱਪ ਭਾਸ਼ਾ ਵਿੱਚ ਕਿਸੇ ਤੱਥ ਜਾਂ ਯੋਜਨਾ ਦਾ ਪ੍ਰਗਟ ਕਰਨਾ, ਉਸ ਨੂੰ ਕਿਹਾ ਜਾਂਦਾ ਹੈ ਚਿੱਤਰ। ਚਿੱਤਰ ਦੀ ਪਰਿਭਾਸ਼ਾ ਰੱਖਿਓ ਚੇਤੇ ਬੇਟਾ ਜੀ। ਦੇਖੋ ਕੀ ਹੈ ਕਿ ਰੇਖਾਵਾਂ ਨੂੰ ਰੰਗਾਂ ਦਾ ਸੰਯੋਗ ਦੇ ਕੇ ਆਪਣੀ ਚੁੱਪ ਭਾਸ਼ਾ ਵਿੱਚ ਕਿਸੇ ਤੱਥ ਜਾਂ ਯੋਜਨਾ ਦਾ ਪ੍ਰਗਟਾ ਕਰਨਾ, ਉਸ ਨੂੰ ਕਿਹਾ ਜਾਂਦਾ ਹੈ ਚਿੱਤਰ। ਅੱਖਾਂ ਨੂੰ ਸੁੰਦਰਤਾ, ਜੇਕਰ ਕੋਈ ਵਸਤੂ ਆਪਾਂ ਅਸਲ ਰੂਪ ਵਿੱਚ ਨਹੀਂ ਦਿਖਾ ਸਕਦੇ ਤਾਂ ਉਸ ਦਾ ਮਾਡਲ ਤਿਆਰ ਕੀਤਾ ਜਾ ਸਕੇ, ਨਾ ਹੀ ਤਾਂ ਉਸ ਦੀ ਤਸਵੀਰ ਦਿਖਾਉਣੀ ਪੈਂਦੀ ਹੈ। ਅਗਰ ਤਾਂ ਕਿਸੇ ਚੀਜ਼ ਦਾ ਮਾਡਲ ਤਿਆਰ ਹੋ ਜਾਂਦਾ ਪਰ ਕੋਈ ਦਿੱਕਤ ਨਹੀਂ, ਪਰ ਕਈ ਵਾਰੀ ਕਈ ਚੀਜ਼ਾਂ ਹੁੰਦੀਆਂ ਜਿਨ੍ਹਾਂ ਦਾ ਮਾਡਲ ਵੀ ਤਿਆਰ ਨਹੀਂ ਹੁੰਦਾ। ਕਈ ਚੀਜ਼ਾਂ ਨੂੰ ਆਪਾਂ ਪ੍ਰਤੱਖ ਰੂਪ ਦੇ ਵਿੱਚ ਬੱਚਿਆਂ ਦੇ ਵਿੱਚ ਨਹੀਂ ਦਿਖਾ ਸਕਦੇ, ਉਹਦੇ ਵਾਸਤੇ ਉਸ ਨੂੰ ਚਿੱਤਰਾਂ ਦੀ ਸਹਾਇਤਾ ਲੈਣੀ ਪੈਂਦੀ ਹੈ। ਤਸਵੀਰ ਨਾਲੋਂ ਵੱਧ ਪ੍ਰਭਾਵਸ਼ਾਲੀ ਹੁੰਦੇ ਆ ਰੇਖਾ ਚਿੱਤਰ, ਚਿੱਤਰ ਨਾਲੋਂ ਵੱਧ ਹੁੰਦੇ ਆ ਪ੍ਰਭਾਵਸ਼ਾਲੀ। ਅਧਿਆਪਕ ਵਿਦਿਆਰਥੀਆਂ ਦੇ ਸਾਹਮਣੇ ਬਲੈਕ ਬੋਰਡ ਦੇ ਉੱਪਰ ਜਿਹੜਾ ਲਿਖ ਦਿੰਦਾ, ਉਸ ਨੂੰ ਕਿਹਾ ਜਾਂਦਾ ਰੇਖਾ ਚਿੱਤਰ। ਰੇਖਾ ਚਿੱਤਰ ਉਹ ਹੈ ਜੋ ਅਧਿਆਪਕ ਆਪ ਖਿੱਚਦਾ ਹੈ, ਆਪ ਬਣਾਉਂਦਾ ਹੈ, ਆਪ ਤਿਆਰ ਕਰਦਾ ਹੈ ਵਿਦਿਆਰਥੀਆਂ ਦੇ ਸਾਹਮਣੇ ਬਲੈਕ ਬੋਰਡ ਦੇ ਉੱਪਰ। ਉਹਦਾ ਜ਼ਿਆਦਾ ਪ੍ਰਭਾਵ ਪਊਗਾ ਬਿਲਕੁਲ, ਕਿਉਂਕਿ ਵਿਦਿਆਰਥੀ ਉਸ ਨੂੰ ਪ੍ਰਤੱਖ ਦੇਖ ਸਕਣਗੇ, ਉਸ ਸਹਾਇਕ ਸਮੱਗਰੀ ਦੀ ਵਰਤੋਂ ਹੁੰਦੀ। ਪਰ ਚਿੱਤਰ ਹੈ ਜਿਹੜਾ, ਉਹ ਤਾਂ ਅਧਿਆਪਕ ਬਣਾ ਕੇ ਲਿਆਊਗਾ, ਵਿਦਿਆਰਥੀਆਂ ਨੂੰ ਨਹੀਂ ਪਤਾ ਵੀ ਅਧਿਆਪਕ ਨੇ ਕਿਵੇਂ ਬਣਾਇਆ, ਕਿੰਨੀਆਂ ਮਿਹਨਤਾਂ ਕਰਕੇ ਬਣਾਇਆ। ਪਰ ਜਦੋਂ ਅਧਿਆਪਕ ਉਹਨਾਂ ਦੇ ਸਾਹਮਣੇ ਬਣਾਊਗਾ, ਉਸ ਨੂੰ ਕਿਹਾ ਜਾਂਦਾ ਹੈ ਰੇਖਾ ਚਿੱਤਰ। ਧਿਆਨ ਰੱਖਿਓ, ਪ੍ਰਸ਼ਨ ਆਊਗਾ ਇਹਦੇ ਵਿੱਚੋਂ। ਮਾਡਲ, ਕਿਸੇ ਵਸਤੂ ਦਾ ਛੋਟਾ ਰੂਪ, ਲੰਬਾਈ, ਚੌੜਾਈ, ਉਚਾਈ, ਮੋਟਾਈ, ਗੁਲਾਈ ਜਾਂ ਮਿੱਟੀ ਆਦਿ ਵਿੱਚੋਂ ਘੱਟੋ ਘੱਟ 3 ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਨਾ। ਵੀ ਮਾਡਲ ਹੈ ਜਿਹੜਾ, ਉਹਦੇ ਵਿੱਚ ਕੁਛ ਤਾਂ ਚੀਜ਼ਾਂ ਦਾ ਖਿਆਲ ਰੱਖਿਆ ਜਾਂਦਾ, ਕੋਈ ਲੰਬਾਈ, ਚੌੜਾਈ, ਮੋਟਾਈ ਦਾ। ਨਹੀਂ ਤਾਂ ਉਹ ਮੰਨ ਲਓ ਵੀ ਜਿਵੇਂ ਮੰਨ ਲਓ ਬਣਾਉਣਾ ਹੋਵੇ ਤਾਜ ਮਹਿਲ ਤੇ ਲੱਗੇ ਕੁਤੁਬ ਮੀਨਾਰ, ਫਿਰ ਉਹ ਤਾਂ ਸਿਸਟਮ ਚੰਗਾ ਨਹੀਂ ਹੋਊਗਾ, ਹੈ ਨਾ। ਵੀ ਗੱਲ ਕਰ ਰਹੇ ਹਾਂ ਇੱਕ ਨੋਰਮਲ ਤੁਹਾਡੇ ਨਾਲ, ਕਿ ਉਸ ਦਾ ਇੱਕ ਇਸ ਤਰ੍ਹਾਂ ਦਾ ਧਿਆਨ ਰੱਖਿਆ ਜਾਂਦਾ ਵੀ ਉਹ ਨਮੂਨਾ ਜਿਹੜਾ ਬਿਲਕੁਲ ਜਿਹੜੀ ਸਹੀ ਵਸਤੂ, ਅਸਲ ਵਸਤੂ ਆ, ਉਹਦੇ ਵਰਗਾ ਲੱਗੇ, ਉਸ ਨੂੰ, ਉਸ ਚੀਜ਼ ਨੂੰ ਪ੍ਰਦਰਸ਼ਿਤ ਕਰੇ। ਅੱਗੇ ਦੇਖੋ ਜੀ, ਹਾਂ ਕਿਹੜੀ ਕਿਹੜੀ ਚੀਜ਼ ਆਪਾਂ ਮਾਡਲ ਵਾਸਤੇ ਕਿਹੜੀ ਕਿਹੜੀ ਚੀਜ਼ ਦੀ ਵਰਤੋਂ ਕਰ ਸਕਦੇ ਹਾਂ। ਇਸ ਨੂੰ ਪ੍ਰਤੀਮੂਰਤੀ ਜਾਂ ਮਾਡਲ ਵੀ ਕਿਹਾ ਜਾਂਦਾ। ਪ੍ਰਤੀਮੂਰਤੀ, ਮਾਡਲ, ਨਮੂਨਾ, ਬੜਾ ਕੁਛ ਕਹਿੰਦੇ ਆਪਾਂ ਇਹਨੂੰ। ਮਿੱਟੀ, ਕਾਗਜ਼, ਚੂਨਾ, ਕਾਰਡਬੋਰਡ ਲੈ ਲਓ, ਲੋਹਾ, ਤਾਰ, ਕੱਪੜੇ, ਉੱਨ, ਬਾਂਸ, ਪਲਾਸਟਿਕ ਆਦਿ ਵਸਤੂਆਂ ਦੇ ਪ੍ਰਯੋਗ ਨਾਲ ਮਾਡਲ ਤਿਆਰ ਕੀਤਾ ਜਾ ਸਕਦਾ ਹੈ। ਹਰ ਇੱਕ ਅਸਲੀ ਚੀਜ਼ ਨੂੰ ਸ਼੍ਰੇਣੀ ਵਿੱਚ ਨਹੀਂ ਪੇਸ਼ ਕਰ ਸਕਦੇ ਆਪਾਂ, ਪ੍ਰਤੱਖ ਅਨੁਭਵ ਨਹੀਂ ਦਿਖਾ ਸਕਦੇ, ਇਸ ਕਰਕੇ ਮਾਡਲ ਦੀ ਸਹਾਇਤਾ ਲਈ ਜਾਂਦੀ ਹੈ। ਤਾਜ ਮਹਿਲ, ਭਾਖੜਾ ਡੈਮ ਜਾਂ ਕੁਤੁਬ ਦੀ ਲਾਟ, ਇਹ ਆ ਜਿਹੜੇ ਸਥਲ ਆ, ਇਤਿਹਾਸਕ ਸਥਲ ਆ, ਇਹਨਾਂ ਨੂੰ ਆਪਾਂ ਨਹੀਂ ਦਿਖਾ ਸਕਦੇ। ਇਹਨਾਂ ਦੇ ਮਾਡਲ ਵੇਖ ਕਿਸੇ ਜੀ ਅਸਲ ਵਸਤੂਆਂ ਦਾ ਆਪਾਂ ਨੂੰ ਹੋ ਜਾਂਦਾ ਅਨੁਮਾਨ ਵੀ ਅਸਲੀ ਵਸਤੂ ਐਵੇਂ ਦੀ ਹੋਵੇਗੀ। ਹੁਣ ਆ ਗਿਆ ਜੀ ਬੁਲੇਟਿਨ ਬੋਰਡ। ਬੁਲੇਟਿਨ ਬੋਰਡ ਹੈ ਜਿਹੜਾ ਇੱਕ ਉਪਯੋਗੀ ਉਪਕਰਨ ਹੈ। ਦੇਸ਼ ਦੀਆਂ ਰਾਜਨੀਤਿਕ, ਆਰਥਿਕ ਤੇ ਸਮਾਜਿਕ ਸਮੱਸਿਆਵਾਂ ਸੰਬੰਧੀ ਚਿੱਤਰ, ਗ੍ਰਾਫ, ਸ਼ਕਲਾਂ ਤੇ ਲੇਖ ਅਤੇ ਜ਼ਰੂਰੀ ਸੂਚਨਾਵਾਂ ਨੂੰ ਪ੍ਰਦਰਸ਼ਿਤ ਕਰਕੇ ਬੱਚਿਆਂ ਦੀ ਜਿਗਿਆਸਾ ਨੂੰ ਉਕਸਾਇਆ ਜਾਂਦਾ ਹੈ, ਉਹਨਾਂ ਦੇ ਗਿਆਨ ਵਿੱਚ ਵਾਧਾ ਹੁੰਦਾ। ਬੁਲੇਟਿਨ ਬੋਰਡ ਹੈ ਜਿਹੜਾ, ਇਹ ਇੱਕ ਦ੍ਰਿਸ਼ ਸਮੱਗਰੀ ਦੇ ਵਿੱਚ ਆਉਂਦਾ ਹੈ। ਤਾਂ ਦੇਖ ਲਓ ਕਿਹੜੀ 'ਚ ਇਹਦੇ ਨਾਲ ਸੰਬੰਧਿਤ ਰਾਜਨੀਤਿਕ, ਆਰਥਿਕ, ਸਮਾਜਿਕ ਸਮੱਸਿਆਵਾਂ ਸੰਬੰਧੀ ਚਿੱਤਰ, ਗ੍ਰਾਫ, ਸ਼ਕਲਾਂ ਤੇ ਲੇਖ, ਜ਼ਰੂਰੀ ਸੂਚਨਾਵਾਂ ਬੱਚਿਆਂ ਦੇ ਸਾਹਮਣੇ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ। ਆਜ ਕੇ ਬੁਲੇਟਿਨ ਸਮਾਚਾਰ। ਹਾਂਜੀ, ਫਲੈਨਲ ਬੋਰਡ। ਅੱਜ ਕੱਲ੍ਹ ਫਲੈਨਲ ਬੋਰਡ ਦਾ ਬੜਾ ਮਹੱਤਵ ਹੈ, ਛੋਟੀਆਂ ਜਮਾਤਾਂ ਲਈ ਤਾਂ ਬੜਾ ਮਹੱਤਵ ਇਹਦਾ ਹੋ ਜਾਂਦਾ। ਇਸ ਨੂੰ ਬਣਾਉਣ ਵਾਸਤੇ 36x48 ਦਾ ਇੱਕ ਪਲਾਈਵੁੱਡ ਜਾਂ ਹਾਰਡਬੋਰਡ ਦਾ ਫੱਟਾ ਲੈ ਲਓ ਜੀ, ਟੁਕੜਾ ਲੈ ਲਓ, ਉਹਦੇ ਉੱਪਰ ਉਨੇ ਹੀ ਮਾਪ ਦਾ ਇੱਕ ਫਲੈਨਲ, ਉਸ ਨੂੰ ਉੱਪਰ ਕੱਪੜੇ ਨਾਲ ਖਿੱਚ ਕੇ ਬੰਨ੍ਹ ਦਿੱਤਾ ਜਾਂਦਾ ਉਸ ਫਲੈਨਲ ਨੂੰ। ਇਸ ਪਿੱਛੋਂ ਉਸ ਉੱਤੇ ਭਿੰਨ ਵਿਸ਼ਿਆਂ ਨਾਲ ਸੰਬੰਧਿਤ ਚਿੱਤਰ, ਨਕਸ਼ੇ, ਰੇਖਾ ਚਿੱਤਰ, ਗ੍ਰਾਫ ਆਦਿ ਚੀਜ਼ਾਂ ਫਲੈਨਲ ਬੋਰਡ 'ਤੇ ਪ੍ਰਦਰਸ਼ਿਤ ਕੀਤੀ ਸਮੱਗਰੀ ਨੂੰ ਖੁਰਦਰੇ ਕਾਗਜ਼ ਦੇ ਉੱਪਰ ਗੂੰਦ ਨਾਲ ਚਿਪਕਾ ਦਿੱਤਾ ਜਾਂਦਾ ਹੈ। ਉਹਦੇ ਉੱਪਰ ਆਪਾਂ ਕੀ ਕਰਦੇ ਹਾਂ, ਇਸ ਨਾਲ ਇਹ ਟੁਕੜੇ ਫਲੈਨਲ ਬੋਰਡ ਦੇ ਉੱਪਰ ਚਿਪਕੇ ਰਹਿੰਦੇ ਆ, ਅਤੇ ਜਦੋਂ ਆਪਾਂ ਵਰਤੋਂ ਕਰ ਲਈ ਤਾਂ ਫਲੈਨਲ ਬੋਰਡ ਤੋਂ ਉਹ ਆਪਾਂ ਜਿਹੜੇ ਲਿਖੇ ਹੋਏ ਆ ਸ਼ਬਦਾਵਲੀ ਜਾਂ ਕੋਈ ਚਿੱਤਰ, ਉਸ ਨੂੰ ਆਪਾਂ ਹਟਾ ਸਕਦੇ ਹਾਂ। ਫਲੈਨਲ ਬੋਰਡ
ਵੀ ਉਹ ਇੱਕ ਮੰਨ ਲਓ ਲੈ ਲਿਆ ਇੱਕ ਕੀ ਚੀਜ਼ ਹੈ, ਇੱਕ ਪਲਾਈਵੁੱਡ ਜਾਂ ਹਾਰਡਬੋਰਡ ਦਾ ਟੁਕੜਾ, ਉਹਦੇ 'ਤੇ ਉਨਾ ਹੀ ਮਾਪ ਦਾ ਇੱਕ ਫਲੈਨਲ ਬੋਰਡ ਤਾਂ ਹੋ ਗਿਆ, ਉਹ ਜਿਹੜਾ ਟੁਕੜਾ ਲੈ ਲਿਆ ਬੋਰਡ ਦਾ, ਫਲੈਨਲ ਉੱਪਰ ਜਿਹੜਾ ਉਹ ਕੱਪੜਾ, ਜਿਹੜਾ ਫਲੈਨਲ ਕੱਪੜਾ, ਉਹ ਜਦੋਂ ਉੱਪਰ ਉਹਦੇ ਵਧੀਆ ਮੇਖਾਂ ਮੁੱਖਾਂ ਲਾ ਕੇ ਸੈੱਟ ਕਰ ਲਿਆ, ਅਤੇ ਉਹਦੇ ਉੱਪਰ ਉਹ ਸਿਸਟਮ ਹੀ ਐਵੇਂ ਦਾ ਹੁੰਦਾ ਵੀ ਉਹਦੇ ਉੱਪਰ ਤੁਸੀਂ ਕੋਈ ਵੀ ਮਤਲਬ ਜਿਹੜਾ ਕੋਈ ਸ਼ਬਦ ਜਾਂ ਕੋਈ ਵਿਚਾਰ ਜਾਂ ਕੋਈ ਫੋਟੋ ਤਸਵੀਰ ਚਿੱਤਰ ਉਸ ਨੂੰ ਉੱਪਰ ਚਿਪਕੇ ਸਕਦੇ ਹੋ। ਉਹਨੂੰ ਲੋੜ ਜਦੋਂ ਹੋ ਗਈ ਪੂਰੀ ਉਦੋਂ ਉਹਨੂੰ ਹਟਾ ਵੀ ਸਕਦੇ। ਫਲੈਨਲ ਬੋਰਡ। ਅੱਗੇ ਆ ਗਿਆ ਜੀ ਫਲੈਸ਼ ਬੋਰਡ। ਫਲੈਸ਼ ਬੋਰਡ ਕੀ ਹੁੰਦਾ ਹੈ? ਅਧਿਆਪਕ ਗੱਤੇ ਉੱਪਰ ਲਿਖੀ ਚੀਜ਼ ਜਿਸ ਵਿੱਚ ਕੁਝ ਕਰਨ, ਕਹਿਣ ਜਾਂ ਉੱਤਰ ਦੇਣ ਲਈ ਕਿਹਾ ਗਿਆ ਹੁੰਦਾ ਵਿਦਿਆਰਥੀਆਂ ਨੂੰ ਦਿਖਾਇਆ ਜਾਂਦਾ ਹੈ। ਇਸ ਸੰਬੰਧੀ ਪੁੱਛ ਗਿੱਛ ਕਰਦਾ ਹੈ। ਗੱਤੇ ਦਾ ਟੁਕੜਾ ਥੋੜ੍ਹੀ ਦੇਰ ਲਈ ਵਿਖਾਇਆ ਜਾਂਦਾ, ਇਸ ਲਈ ਇਸ ਨੂੰ ਫਲੈਸ਼ ਬੋਰਡ ਕਿਹਾ ਜਾਂਦਾ। ਫਲੈਸ਼ ਮਾਰਨੀ, ਇੱਕਦਮ ਫਲੈਸ਼ ਮਾਰਨੀ, ਉਹ ਥੋੜ੍ਹੀ ਦੇਰ ਵਾਸਤੇ ਵਿਖਾਇਆ ਜਾਂਦਾ ਗੱਤੇ ਦਾ ਟੁਕੜਾ ਬੱਚਿਆਂ ਦੇ। ਇਸ ਕਰਕੇ ਇਸ ਨੂੰ ਫਲੈਸ਼ ਬੋਰਡ, ਫਲੈਸ਼ ਮਾਰਨੀ ਮਤਲਬ ਇੱਕਦਮ ਹਟਾ ਲੈਣਾ। ਦੇਖਣ ਸੁਣਨ ਵਾਲੇ ਸਾਧਨਾਂ ਦੀ ਲਓ ਜੀ ਆਪਾਂ ਗੱਲ ਕਰਦੇ ਹਾਂ, ਉੱਪਰ ਵੀ ਆਪਣੇ ਉਹੀ ਸਾਧਨ ਚੱਲ ਰਹੇ ਸੀ। ਸਹਾਇਕ ਸਿੱਖਿਆ ਸਾਧਨਾਂ ਵਿੱਚ ਅੱਜ ਕੱਲ੍ਹ ਭਾਸ਼ਾ ਸਿੱਖਿਆ ਲਈ ਹਾਰਡਵੇਅਰ ਚੱਲ ਰਹੇ ਆ, ਜਿਹੜੇ ਦੇਖਣ ਸੁਣਨ ਸਾਧਨ, ਉਹਨਾਂ ਬਾਰੇ ਗੱਲ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਰੇਡੀਓ ਅੱਜ ਕੱਲ੍ਹ ਮਹੱਤਵਪੂਰਨ ਬਣਦਾ ਜਾ ਰਿਹਾ। ਰੇਡੀਓ ਦੁਆਰਾ ਦੂਰ ਰਹਿਣ ਵਾਲੇ ਬੱਚਿਆਂ ਨੂੰ ਇੱਕੋ ਸਮੇਂ ਆਧੁਨਿਕ ਘਟਨਾਵਾਂ ਅਤੇ ਨਵੀਨਤਮ ਸੂਚਨਾਵਾਂ ਦਾ ਗਿਆਨ ਪ੍ਰਾਪਤ ਕਰਵਾ ਸਕਦੇ ਆਪਾਂ। ਦੂਰ ਦਰਾਜ ਰਹਿਣ ਵਾਲੇ ਬੱਚੇ ਆ ਜਿਹੜੇ ਟੈਲੀਵਿਜ਼ਨ ਤੱਕ ਪਹੁੰਚ ਨਹੀਂ ਕਰਵਾ ਸਕਦੇ, ਉਹਨਾਂ ਦੀ ਪਹੁੰਚ ਰੇਡੀਓ ਤੱਕ ਜ਼ਰੂਰ ਹੁੰਦੀ ਹੈ। ਹਾਂ, ਨਵੀਆਂ ਗੱਲਾਂ ਸਿੱਖਣ ਦੀ ਉਤਸੁਕਤਾ। ਰੇਡੀਓ ਦੁਆਰਾ ਬੱਚਿਆਂ ਨੂੰ ਉੱਚ ਕੋਟੀ ਦੇ ਜਿਹੜੇ ਸਿੱਖਿਆ ਸ਼ਾਸਤਰੀ ਆ, ਰਾਸ਼ਟਰੀ ਜਾਂ ਅੰਤਰਰਾਸ਼ਟਰੀ ਭਾਸ਼ਣ ਵਗੈਰਾ, ਉਹ ਜਿਹੜੇ ਬਹੁਤ ਸਾਰੇ ਵਿਸ਼ੇ ਆ ਜਿਹੜੇ ਉਹ ਭਾਸ਼ਣ ਬੱਚੇ ਨੂੰ ਸੁਣਨ ਨੂੰ ਮਿਲਦੇ ਆ। ਰੇਡੀਓ ਦੀ ਸਭ ਤੋਂ ਵੱਡੀ ਗੱਲ ਇਹ ਧਿਆਨ ਰੱਖਿਓ, ਦੂਰ ਰਹਿਣ ਵਾਲੇ ਬੱਚਿਆਂ ਨੂੰ ਇੱਕੋ ਸਮੇਂ ਆਧੁਨਿਕਤਮ ਘਟਨਾਵਾਂ ਅਤੇ ਨਵੀਨਤਮ ਸੂਚਨਾਵਾਂ ਦਾ ਗਿਆਨ ਪ੍ਰਾਪਤ ਹੁੰਦਾ। ਆਹ ਜਿਹੜਾ ਪੇਪਰ ਹੋਇਆ ਰੀਟ ਵਾਲਾ, ਉਸ ਤੋਂ ਪਿੱਛੇ ਜਿੰਨੇ ਵੀ ਆ ਉਹਨਾਂ ਦੀ ਵਿਆਖਿਆ ਇਹਦੇ 'ਤੇ ਕਰਵਾਊਂਗਾ। ਉਦੋਂ ਤੁਹਾਡੇ ਪ੍ਰਸ਼ਨ ਬਹੁਤ ਕਲੀਅਰ ਹੋਣਗੇ। ਉਦੋਂ ਜਿਹੜਾ ਵੀ ਪ੍ਰਸ਼ਨ ਮੰਨ ਲਓ ਹੁਣ ਤੁਹਾਡੇ ਮਨ ਦੇ ਵਿੱਚ ਡਾਊਟ ਆਉਂਦੇ ਹੋਣੇ ਆ, ਤੁਸੀਂ ਹੋ ਸਕਦਾ ਤੁਹਾਡਾ ਜੀ ਵੀ ਕਰਦਾ ਹੋਵੇ ਵੀ ਸਰ ਨੂੰ ਭੱਜ ਕੇ ਮੈਂ ਆਹ ਪ੍ਰਸ਼ਨ ਪੁੱਛਾਂ, ਵੀ ਜਿਹੜਾ ਪਿੱਛੇ ਕੋਈ ਆਇਆ ਵਾ ਉਹਦੀ ਚਿੰਤਾ ਨਹੀਂ ਕਰਨੀ ਤੁਸੀਂ, ਉਹ ਮੈਨੂੰ ਧਿਆਨ ਹੈ ਪੂਰਾ। ਤੁਹਾਡੇ ਦਿਲ ਦੀ ਗੱਲ ਹੈ ਜਿਹੜੀ ਉਹ ਮੇਰੇ ਤੋਂ ਬੈਟਰ ਇਸ ਮੌਕੇ ਕੋਈ ਨਹੀਂ ਜਾਣਦਾ। ਇਸ ਕਰਕੇ ਇਸ ਗੱਲ ਦੀ ਤੁਹਾਡੀ ਟੈਨਸ਼ਨ ਨਹੀਂ ਹੈ, ਮੇਰੀ ਟੈਨਸ਼ਨ ਹੈ। ਮੈਂ ਉਹ ਪੇਪਰ ਕਰਵਾਊਂਗਾ ਇੱਥੇ, ਉਹਨਾਂ ਦੀ ਵਿਆਖਿਆ ਕਰਵਾਊਂਗਾ। ਫਿਰ ਤੁਹਾਨੂੰ ਇਹ ਵੀ ਪਤਾ ਲੱਗੂਗਾ ਵੀ ਪ੍ਰਸ਼ਨ ਕਿਵੇਂ ਬਣਦਾ, ਪ੍ਰਸ਼ਨ ਐਗਜ਼ਾਮੀਨਰ ਕਿਵੇਂ ਚੱਕਦਾ। ਉਸੇ ਹਿਸਾਬ ਨਾਲ ਪੜ੍ਹਨਾ ਤੁਸੀਂ। ਬਿਲਕੁਲ ਮੈਂ ਕਹਿੰਦਾ ਓਨਾ ਹੀ ਪੜ੍ਹਨਾ, ਐਗਜ਼ੈਕਟ ਪੂਰਾ ਪੜ੍ਹਨਾ ਹੈ ਨਾ, ਉਹ ਓਨਾ ਹੀ ਪੜ੍ਹਨਾ ਵੀ ਜਿੰਨਾ ਆਪਣੇ ਕੰਮ ਦਾ, ਆਲਤੂ ਫਾਲਤੂ ਕੁਝ ਨਹੀਂ। ਬਾਕੀ ਸਾਰਾ ਤੁਹਾਨੂੰ ਨੌਲੇਜ ਭਰਿਆ ਪਿਆ ਤੁਹਾਡੇ ਅੰਦਰ। ਬਸ ਗੱਲ ਆ ਜਿਹੜੀ ਵੀ ਪੂਰਾ ਐਗਜ਼ੈਕਟ ਕੀ ਹੈ, ਫਾਈਨਲ ਕੀ ਹੈ ਉਹਦੇ ਵਿੱਚੋਂ, ਵੀ ਐਡਾ ਵੱਡਾ ਟੌਪਿਕ ਆ, ਉਹਦੇ ਵਿੱਚੋਂ ਫਾਈਨਲ 10 ਗੱਲਾਂ ਕਿਹੜੀਆਂ ਜਿਹਦੇ ਵਿੱਚੋਂ ਪ੍ਰਸ਼ਨ ਆਉਣਾ, ਬਸ ਉਹੀ ਤੁਹਾਨੂੰ ਦੱਸਣੀਆਂ ਮੈਂ। ਅੱਗੇ ਗੱਲ ਕਰਦੇ ਹਾਂ ਜੀ ਟੇਪ ਰਿਕਾਰਡਰ ਦੀ। ਕੋਈ ਇੱਕ ਟੇਪ ਜਿਹਦੇ ਵਿੱਚ ਰਿਕਾਰਡ ਭਰੇ ਜਾਂਦੇ ਆ, ਕਿਸਮ ਦੀ ਆਵਾਜ਼ ਰਿਕਾਰਡ ਕਰਕੇ ਝਟਪਟ ਹੀ ਸੁਣੀ ਜਾ ਸਕਦੀ ਹੈ। ਟੇਪ ਰਿਕਾਰਡਰ ਪਹਿਲਾਂ ਪ੍ਰਚਲਨ ਦੇ ਵਿੱਚ ਸੀਗੇ, ਅੱਜ ਕੱਲ੍ਹ ਵਰਤਮਾਨ ਦੇ ਵਿੱਚ ਥੋੜ੍ਹੇ ਜਿਹੇ ਖਤਮ ਜੀ ਹੋ ਗਈ ਇੱਕ ਤਰ੍ਹਾਂ ਦੀ ਗੱਲ। ਇਹਨਾਂ ਦੀ ਜਿਹੜੀ ਇਹਦੀ ਜਗ੍ਹਾ ਜਿਹੜੀ ਹੋਰ ਆਧੁਨਿਕ ਸਾਧਨਾਂ ਨੇ ਲੈ ਲਈ। ਅੱਜ ਕੱਲ੍ਹ ਤਾਂ ਮੋਬਾਈਲ ਦੇ ਵਿੱਚ ਰਿਕਾਰਡ ਕਰ ਲਓ, ਕੋਈ ਦਿੱਕਤ ਨਹੀਂ ਹੈ ਨਾ, ਰਿਕਾਰਡਿੰਗ ਹੀ ਕਰਨੀ ਆਪਾਂ। ਲਗਭਗ ਸਾਰੇ ਵਿਸ਼ਵ ਦੀਆਂ ਸਿੱਖਿਆ ਸੰਸਥਾਵਾਂ, ਸਮਾਜਿਕ ਕੇਂਦਰਾਂ, ਰੇਡੀਓ ਅਤੇ ਟੈਲੀਵਿਜ਼ਨ ਕੇਂਦਰਾਂ ਵਿੱਚ ਟੇਪ ਰਿਕਾਰਡਰ ਦਾ ਉਪਯੋਗ ਹੈ ਜਿਹੜੀ ਪੂਰੀ ਸਫਲਤਾ ਨਾਲ ਕੀਤਾ ਜਾ ਰਿਹਾ। ਬਿਲਕੁਲ ਸਹੀ ਹੈ, ਜਾਇਜ਼ ਹੈ ਗੱਲ ਇਹ। ਅੱਗੇ ਦੇਖਦੇ ਹਾਂ ਟੇਪ ਰਿਕਾਰਡਰ ਦੀ ਜਿਹੜੀ ਵਰਤੋਂ ਹੈ ਰੇਡੀਓ ਦੀਆਂ ਸੀਮਾਵਾਂ ਨੂੰ ਦੂਰ ਕਰਨ ਵਾਸਤੇ ਕੀਤੀ ਜਾਂਦੀ ਹੈ। ਰੇਡੀਓ ਦੇ ਪ੍ਰੋਗਰਾਮ ਇੱਕ ਨਿਸ਼ਚਿਤ ਸਮੇਂ 'ਤੇ ਆਉਂਦੇ ਆ, ਟੇਪ ਰਿਕਾਰਡਰ ਜਦੋਂ ਆਪਾਂ ਮਰਜ਼ੀ ਚਲਾ ਸਕਦੇ ਹਾਂ। ਸਮਝ ਗਏ ਕਹਾਣੀ ਨੂੰ। ਰੇਡੀਓ ਦੀ ਸੀਮਾ ਨੂੰ ਕੌਣ ਦੂਰ ਕਰਦਾ ਹੈ? ਟੇਪ ਰਿਕਾਰਡਰ। ਪ੍ਰਸ਼ਨ ਚੇਤੇ ਰੱਖਿਓ, ਐਵੇਂ ਦਾ ਪ੍ਰਸ਼ਨ ਹੀ ਬਣੂਗਾ। ਪ੍ਰਸ਼ਨ ਬਣੂਗਾ ਤਾਂ ਇਹਦੇ ਵਿੱਚੋਂ ਹੀ ਬਣੂਗਾ, ਨਹੀਂ ਤਾਂ ਇਸ ਚੀਜ਼ ਦਾ ਕੋਈ ਅੰਤ ਨਹੀਂ ਪਾ ਸਕਦੇ ਆਪਾਂ। ਅੱਗੇ ਦੇਖੋ ਜੀ ਗ੍ਰਾਮੋਫੋਨ ਅਤੇ ਲਿੰਗਵਾਫੋਨ ਰੇਡੀਓ ਦੀ ਤਰ੍ਹਾਂ ਅਧਿਆਪਨ ਦੇ ਮਹੱਤਵਪੂਰਨ ਹੈ। ਗ੍ਰਾਮੋਫੋਨ ਦੁਆਰਾ ਬੱਚਿਆਂ ਨੂੰ ਭਾਸ਼ਣ ਅਤੇ ਗਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਗ੍ਰਾਮੋਫੋਨ ਹੁੰਦਾ ਜਿਹੜਾ ਬੱਚੇ ਨੂੰ ਭਾਸ਼ਣ ਅਤੇ ਗਾਉਣ ਦੀ ਸਿੱਖਿਆ ਵਾਸਤੇ ਆ। ਅੱਗੇ ਦੇਖਦੇ ਹਾਂ ਲਿੰਗਵਾਫੋਨ, ਬੱਚਿਆਂ ਦਾ ਸ਼ੁੱਧ ਉਚਾਰਨ ਵਾਸਤੇ ਭਾਸ਼ਾ ਸਿੱਖਿਆ ਦਿੱਤੀ ਜਾਂਦੀ ਹੈ। ਲਿੰਗਵਾਫੋਨ ਦਾ ਸੰਬੰਧ ਹੈ ਜਿਹੜਾ ਲਿੰਗੁਇਸਟਿਕ, ਮਤਲਬ ਕੀ ਹੁੰਦਾ, ਲੈਂਗੁਏਜ, ਭਾਸ਼ਾ ਬਣ ਗਿਆ ਕਿ ਨਹੀਂ, ਲਿੰਗਵਾ।
हाँ, ਲਿੰਗਵਾ ਫੋਨ ਦੁਆਰਾ ਬੱਚਿਆਂ ਨੂੰ ਉਚਾਰਨ ਸ਼ੁੱਧ ਕਰਾਉਣ ਦੀ ਭਾਸ਼ਾ ਦਿੱਤੀ ਜਾਂਦੀ ਭਾਸ਼ਾ ਦੀ ਸਿੱਖਿਆ ਦਿੱਤੀ ਜਾਂਦੀ ਹੈ। ਗ੍ਰਾਮੋਫੋਨ ਵਿੱਚ ਭਾਸ਼ਣ ਤੇ ਗਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਦੋਨਾਂ ਉਪਕਰਨਾਂ ਵਿੱਚ ਸਮੇਂ ਲੋੜ ਅਨੁਸਾਰ ਵਰਤੋਂ ਕਰ ਸਕਦਾ ਹੈ ਜੀ। ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਤੇ ਹੋਰ ਉਪਭਾਸ਼ਾਵਾਂ ਦੀਆਂ ਉਦਾਹਰਨਾਂ ਨੂੰ ਸਮਝਣ ਵਾਸਤੇ ਜਿਹੜਾ ਗ੍ਰਾਮੋਫੋਨ ਇੱਕ ਵਧੀਆ ਹੈਗਾ ਜੀ ਸਾਧਨ। ਮਿਆਰੀ ਉਚਾਰਨ ਸਿਖਾਉਣ ਲਈ ਵਿਸ਼ੇਸ਼ ਕਿਸਮ ਦੇ ਰਿਕਾਰਡ ਹੁੰਦੇ ਹਨ। ਲਿੰਗੂਆ ਫੋਨ ਦੇ ਵਿੱਚ ਵਜਾਏ ਜਾਂਦੇ ਆ। ਲਿੰਗੂਆ ਫੋਨ ਦੇ ਵੀ ਦੁਬਾਰਾ ਵਜਾ ਸਕਦੇ ਹਾਂ ਆਪਾਂ। ਮੁੱਢਲੀਆਂ ਸ਼੍ਰੇਣੀਆਂ ਵਿੱਚ ਮੰਨ ਲਓ ਕਿ ਕਿਸੇ ਨੂੰ ਆਪਾਂ ਬੱਚੇ ਨੂੰ ਸ਼ੁੱਧ ਭਾਸ਼ਾ ਦਾ ਉਚਾਰਨ ਸਿਖਾਉਣਾ, ਲਿੰਗੂਆ ਫੋਨ ਆਪਾਂ ਦੇ ਰਾਹੀਂ ਸਿਖਾ ਸਕਦੇ ਹਾਂ। ਹੁਣ ਆ ਗਈ ਜੀ ਐਪੀਡਾਇਸਕੋਪ। ਐਪੀਡਾਇਸਕੋਪ ਦੀ ਸਹਾਇਤਾ ਨਾਲ ਕੋਈ ਵੀ ਚਿੱਤਰ, ਨਕਸ਼ਾ, ਰੇਖਾ ਚਿੱਤਰ ਆਦਿ ਵੱਡੇ ਆਕਾਰ ਵਿੱਚ ਪਰਦੇ ਉੱਤੇ ਦਿਖਾਇਆ ਜਾ ਸਕਦਾ। ਪ੍ਰਸ਼ਨ ਆਇਆ ਤੁਸੀਂ ਬਹੁਤ ਸਾਰਿਆਂ ਨੇ ਗਲਤ ਕਰਤਾ, ਬੜੇ ਨਜ਼ਾਰੇ ਨੇ ਗਲਤ ਕੀਤਾ। ਹਾਂ, ਵੱਡਾ ਆਕਾਰ ਦੇ ਵਿੱਚ ਵੱਡਾ ਕੌਣ ਕਰਕੇ ਦਿਖਾਉਂਦਾ? ਐਪੀਡਾਇਸਕੋਪ। ਪ੍ਰੋਜੈਕਟ ਲਈ ਪ੍ਰਕਾਸ਼ ਦੀ ਲੋੜ ਬਿਜਲੀ ਜਾਂ ਤੇਜ਼ ਪ੍ਰਕਾਸ਼ ਯੁਕਤ ਗੈਸ ਬੱਤੀ ਨਾਲ ਵੀ ਹੋ ਸਕਦੀ ਹੈ। ਇਸ ਦੁਆਰਾ ਪ੍ਰਦਰਸ਼ਿਤ ਚਿੱਤਰ ਹੁੰਦੇ ਆ ਜਿਹੜੇ ਉਹ ਅਚਲ ਹੁੰਦੇ ਆ ਅਤੇ ਧੁਨੀ ਰਹਿਤ ਹੁੰਦੇ ਆ। ਐਪੀਡਾਇਸਕੋਪ ਦੇ ਵਿੱਚ ਜਿਹੜੇ ਚਿੱਤਰ ਹੁੰਦੇ ਆ ਅਚਲ ਹੁੰਦੇ ਆ ਅਤੇ ਧੁਨੀ ਰਹਿਤ ਹੁੰਦੇ ਆ। ਧੁਨੀ ਰਹਿਤ ਦਾ ਮਤਲਬ ਹੈ ਵੀ ਐਪੀਡਾਇਸਕੋਪ ਹੈ ਜਿਹੜਾ ਉਹ ਕੇਵਲ ਕਿਹੜੀ ਹੈ ਸਮੱਗਰੀ? ਚਿੱਤਰ ਦਿਖ ਰਹੇ ਆ, ਕੇਵਲ ਦੇਖਣ ਸਮੱਗਰੀ ਹੈ, ਸੁਣਨ ਸਮੱਗਰੀ ਨਹੀਂ ਹੈ। ਧੁਨੀ ਰਹਿਤ ਹੁੰਦੇ ਆ, ਧੁਨੀ ਹੈ ਹੀ ਨਹੀਂ ਜਦੋਂ ਉਹਨਾਂ ਵਿੱਚ, ਸੁਣਨਗੇ ਕਿਵੇਂ? ਇਸ ਕਰਕੇ ਐਪੀਡਾਇਸਕੋਪ ਹੈਗਾ ਜਿਹੜਾ ਉਹ ਸੁਣਨ ਸਮੱਗਰੀ ਹੈ, ਜਿਹੜਾ ਉਹ ਬਿਲਕੁਲ ਨਹੀਂ ਹੈ, ਕੇਵਲ ਦੇਖਣ ਸਮੱਗਰੀ ਦੇ ਵਿੱਚ ਆਉਂਦਾ। ਕੇਵਲ ਦੇਖਣ ਸਾਧਨ ਹੈ, ਸੁਣਨ ਸਾਧਨ ਨਹੀਂ ਹੈ। ਮਤਲਬ ਦੇਖਣ ਸੁਣਨ ਸਾਧਨ ਨਹੀਂ ਗਾ, ਇਕੱਲਾ ਦੇਖਣ ਸਾਧਨ ਹੈ। ਇਹਦੀ ਵੀ ਇੱਕ ਲਿਸਟ ਤਿਆਰ ਕਰ ਦਾਂਗੇ, ਕੋਈ ਗੱਲ ਨਹੀਂ। ਓਵਰਹੈੱਡ ਕੀ ਹੁੰਦਾ? ਓਵਰਹੈੱਡ ਪ੍ਰੋਜੈਕਟ ਹੁੰਦਾ ਇੱਕ ਨਵੀਨ ਪ੍ਰਕਾਰ ਦਾ ਅਲਪ ਫੋਕਸੀ ਦੂਰੀ ਵਾਲੇ ਲੈਂਸ ਦਰਪਣਾਂ ਨਾਲ ਇੱਕ ਸੈੱਟ ਨਾਲ ਬਣੇ ਇਸ ਯੰਤਰ ਨਾਲ ਅਧਿਆਪਕ ਵਿਦਿਆਰਥੀਆਂ ਦੇ ਸਾਹਮਣੇ ਇੱਕ ਪਰਦਾ, ਉਹਦੇ ਉੱਪਰ ਵਿਸ਼ਾ ਵਸਤੂ ਪੇਸ਼ ਕਰਦਾ ਹੈ। ਕੱਚ ਦਾ ਇੱਕ ਟੁਕੜਾ ਜਿਸ ਦਾ ਆਕਾਰ 5x5 ਹੋ ਸਕਦਾ ਜਾਂ 10x10 ਅਧਿਆਪਕ ਦੇ ਕੋਲ ਹੁੰਦਾ। ਉਹਦੇ ਉੱਪਰ ਕੀ ਹੁੰਦਾ? ਪ੍ਰੋਜੈਕਟ ਮੰਚ ਦਾ ਕੰਮ ਕਰਦਾ। ਉਹਦੇ ਉੱਤੇ ਵਿਛਾਏ ਗਏ ਸੈਲੋ ਫਰੇਮ ਉੱਤੇ ਵੈਕਸ ਪੈਨਸਿਲ ਦੀ ਸਹਾਇਤਾ ਨਾਲ ਰੇਖਾ ਚਿੱਤਰ ਬਣਾਏ ਜਾਂਦੇ ਆ। ਵੈਕਸ ਪੈਨਸਿਲ ਦੀ ਸਹਾਇਤਾ ਨਾਲ ਉਹ ਵਿਦਿਆਰਥੀ ਨੂੰ ਉਸ ਬੋਰਡ ਦੇ ਉੱਪਰ ਦਿਖਦੇ ਆ, ਉਹ ਜਿਹੜਾ ਪਰਦੇ ਦੇ ਉੱਪਰ ਦਿਖਦੇ ਆ। ਬਸ ਧੋ ਕੇ ਇਸ ਨੂੰ ਫਿਰ ਕੰਮ ਲਈ ਵਰਤਿਆ ਜਾ ਸਕਦਾ। ਇਹ ਹੈ ਜਿਹੜਾ ਇਹ ਸਾਡਾ ਸੀਗਾ ਜੀ ਓਵਰਹੈੱਡ ਪ੍ਰੋਜੈਕਟ। ਐਪੀਡਾਇਸਕੋਪ ਹੋ ਗਿਆ, ਗ੍ਰਾਮੋਫੋਨ, ਲਿੰਗਵਾ ਫੋਨ, ਟੇਪ ਰਿਕਾਰਡਰ, ਰੇਡੀਓ, ਇਹ ਦੇਖਣ ਸੁਣਨ ਵਾਲੇ ਸਾਧਨ ਹੋ ਗਏ। ਆ ਵੀ ਸਾਡੇ ਹੈਗੇ ਬੁਲੇਟਿਨ ਬੋਰਡ ਹੋ ਗਿਆ, ਮਾਡਲ ਚਿੱਤਰ ਤੇ ਰੇਖਾ ਚਿੱਤਰ, ਫਲੈਨਲ ਬੋਰਡ, ਫਲੈਸ਼ ਬੋਰਡ। ਅਤੇ ਇਹ ਜਿਹੜਾ ਸੀਗਾ ਸਾਡਾ ਇਹ ਤੱਥਾਂ ਅਤੇ ਚਿੱਤਰਾਂ ਦਾ ਸੁਮੇਲ ਜਿਹੜਾ ਜਿਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਜੀ। ਇਹ ਸੀਗਾ ਜੀ ਸਾਡਾ, ਹਾਂ ਇਹ ਸੀ ਸਾਡਾ ਚਾਰਟ ਸੀਗਾ। ਇਹ ਚਾਰਟ ਦੇ ਬਾਰੇ ਬਹੁਤ ਗੱਲਾਂ ਧਿਆਨ ਦੇ ਵਿੱਚ ਜਿਹੜੀਆਂ ਲਿਖੀਆਂ ਧਿਆਨ ਦੇ ਵਿੱਚ ਰੱਖਣੀਆਂ। ਇਹ ਚਾਰਟ ਹੈ। ਦੁਬਾਰੇ ਫਿਰ ਇਸ ਚੀਜ਼ ਨੂੰ ਮੈਂ ਲਿਖ ਦਿੰਦਾ ਚਾਰਟ। ਹਾਂਜੀ ਠੀਕ ਹੈ, ਸਾਰੀਆਂ ਗੱਲਾਂ ਔਥੈਂਟਿਕ ਹੈ, ਕਲੀਅਰ ਕਰਨੀਆਂ ਤੁਸੀਂ ਸਾਰੀਆਂ ਗੱਲਾਂ। ਇਹਦੇ ਵਿੱਚੋਂ ਹੀ ਪ੍ਰਸ਼ਨ ਆਊਗਾ, ਜੇ ਆਊਗਾ ਤਾਂ, ਇਸ ਤੋਂ ਬਾਹਰ ਨਹੀਂ ਆਊਗਾ। ਲਓ ਜੀ, ਅਗਲੀ ਜਮਾਤ ਦੇ ਵਿੱਚ ਆਪਾਂ ਗੱਲ ਕਰਾਂਗੇ। ਸਾਡਾ ਮਹੱਤਵਪੂਰਨ ਟੌਪਿਕ ਹੈ ਜੀ ਮੁਲਾਂਕਣ, ਉਹਦੇ ਬਾਰੇ ਆਪਾਂ ਪੜ੍ਹਾਂਗੇ ਜੀ। ਜਲਦੀ ਮਿਲਦੇ ਹਾਂ ਜੀ। ਸਤਿ ਸ੍ਰੀ ਅਕਾਲ।